आदि विच शब्द सी अते शब्द परमेश्वर दे संग सी अते शब्द परमेश्वर सी। ਇਹੋ ਆਦਿ ਵਿੱਚ ਪਰਮੇਸ਼ਰ ਦੇ ਸੰਗ ਹੀ ਲੱਗਿਆ ਕਿ ਸਮਝ ਕੇ ਗੱਲਾਂ ਨੂੰ ਧਿਆਨ ਨਾਲ ਦਿਓ। ਉਹਨਾਂ ਬੋਲ ਬੈਠੋ ਉੱਚੀ ਆਵਾਜ਼ ਨਾਲ। ਇੱਥੇ ਲਿਖਿਆ ਆਦਿ ਵਿੱਚ ਸ਼ਬਦ ਸੀ ਤੇ ਸ਼ਬਦ ਹੀ ਪਰਮੇਸ਼ਰ ਦੇ ਸੰਗ ਹੀ ਤੇ ਸ਼ਬਦ ਹੀ ਪਰਮੇਸ਼ਰ ਸੀ। ਜਿਹਦੇ ਵਿੱਚ ਭੈਣ ਭਾਈਓ ਜੇ ਆਪਾਂ ਅਫਸਰ ਵਿੱਚ ਚੱਲ ਜਾਂਦੇ ਮਸੀਹ ਦੀ ਦੇਹ ਵਿੱਚ ਏਕਤਾ, ਇਹ ਉੱਥੇ ਏਕਤਾ, ਇੱਥੇ ਹੈਗੀ ਸ਼ਬਦ, ਸ਼ਬਦ ਹੀ ਇੱਕ ਪਰਮੇਸ਼ਰ ਤੇ ਪਰਮੇਸ਼ਰ ਹੀ ਸ਼ਬਦ ਹੀ ਪਰਮੇਸ਼ਰ ਦੇ ਸੰਗ ਸੀ। ਕਿਉਂ ਇਹ ਕਿ ਸ਼ਬਦ ਨਾਲ ਉਹਨੇ ਸਾਰਾ ਕੁਝ ਸਾਰੀ ਸ੍ਰਿਸ਼ਟੀ ਨੂੰ ਰਾਜ ਦਿੱਤਾ। ਤੇ ਹੁਣ ਆਪਣੇ ਮੂੰਹ ਚੋਂ ਕਿਹੜੇ ਸ਼ਬਦ ਨਿਕਲਦੇ ਆ? ਆਪਣੇ ਮੂੰਹ ਚੋਂ ਲੋਕਾਂ ਵਾਸਤੇ ਕਿਹੜੇ ਸ਼ਬਦ ਨਿਕਲਦੇ ਆ? ਗਲਤ ਸ਼ਬਦ ਨਿਕਲਦੇ। ਕਿਉਂਕਿ ਪਰਮੇਸ਼ਰ ਨੇ ਇੱਕ ਸ਼ਬਦ ਨਾਲ ਸਾਰਾ ਕੁਝ ਰਚਿਆ, ਸਾਰੀ ਸ੍ਰਿਸ਼ਟੀ ਦੀ ਰਚਨਾ ਕਰਤੀ, ਉਤਪਤ ਕਰਤਾ ਸਾਰਾ ਕੁਝ। ਆਪਾਂ ਇੱਕ ਦੂਜੇ ਵਾਸਤੇ ਮਾੜੇ ਲਫ਼ਜ਼ ਆਪਣੇ ਮੂੰਹ ਦੇ ਵਿੱਚੋਂ ਕੱਢਦੇ ਹਾਂ। ਆਪਾਂ ਜਿਹਨਾਂ ਮਕਰ ਗੁਨਾਹ ਤੋਂ ਰੋਕਣ ਦੀ ਲੋੜ ਹੈ। ਕਿਉਂਕਿ ਜੇ ਆਪਾਂ ਪ੍ਰਭੂ ਦੇ ਵਚਨ ਤੇ ਚੱਲੀਏ, ਪ੍ਰਭੂ ਦਾ ਵਚਨ ਸਾਨੂੰ ਕੀ ਸਿਖਾ ਰਿਹਾ ਤਾਂ ਆਪਾਂ ਕੀ ਬੋਲ ਰਹੇ ਹਾਂ। ਜੇ ਪਰਮੇਸ਼ਰ ਸ਼ਬਦ ਹੀ ਪਰਮੇਸ਼ਰ ਦੇ ਸੰਗ ਹੀ। ਇੱਥੇ ਲਿਖਿਆ ਸ਼ਬਦ ਧਰਤੀ, ਸ਼ਬਦ ਆਕਾਸ਼, ਸ਼ਬਦੋ ਸ਼ਬਦ ਹੋਇਆ ਪ੍ਰਕਾਸ਼, ਸ਼ਬਦ ਬਿਨਾਂ ਨਹੀਂ ਅੰਤਰਜਾਮੀ, ਸ਼ਬਦ ਬਿਨਾਂ ਨਹੀਂ ਬ੍ਰਹਮ ਗਿਆਨੀ। ਇਹਦਾ ਅਰਥ ਕੀ ਨਿਕਲਿਆ? ਸਿਰਫ ਇੱਕ ਗਿਆਨ ਯਿਸੂ ਮਸੀਹ, ਗਿਆਨ ਸਿਰਫ ਇੱਕ ਯਿਸੂ ਮਸੀਹ। ਕਿਉਂਕਿ ਯਿਸੂ ਮਸੀਹ ਦਾ ਹੀ ਗਿਆਨ ਆਪਾਂ ਸਾਰੇ ਸਿੱਖ ਰਹੇ ਹਾਂ। ਇਹ ਕਿ ਸ਼ਬਦ ਨੇ ਸਾਰਾ ਕੁਝ ਤਿਆਰ ਕਰਤਾ। ਇਹਦੀ ਆਦਤ ਮਤਲਬ ਹੈਗਾ ਸ਼ਬਦ ਧਰਤੀ ਤੇ ਸ਼ਬਦ ਆਕਾਸ਼, ਸ਼ਬਦੋ ਸ਼ਬਦ ਹੋਇਆ ਪ੍ਰਕਾਸ਼, ਸ਼ਬਦ ਬਿਨਾਂ ਨਹੀਂ ਅੰਤਰਜਾਮੀ, ਸ਼ਬਦ ਬਿਨਾਂ ਨਹੀਂ ਬ੍ਰਹਮ ਗਿਆਨੀ। ਕਿਉਂਕਿ ਸ਼ਬਦ ਹੀ ਇੱਕ ਸਾਰਾ ਕੁਝ, ਸ਼ਬਦ ਨਾਲ ਸਾਰਾ ਕੁਝ। ਅਸੀਂ ਉਸੇ ਸ਼ਬਦ ਨਾਲ ਤਿਆਰ ਕੀਤੇ ਗਏ। ਜਵਾ ਪਿਤਾ ਪਰਮੇਸ਼ਰ ਨੇ ਆਪਣੇ ਸਰੂਪ ਤੇ ਸਾਨੂੰ ਪਿਆਰ ਕੀਤਾ। ਮਨੁੱਖ ਦੇ ਰੂਪ ਵਿੱਚ ਤਾਂ ਹੀ ਹੋਇਆ, ਦੇਹਧਾਰੀ ਹੋ ਕੇ ਤਾਂ ਹੀ ਹੋਇਆ। ਕਿਉਂਕਿ ਨੇ ਜਗਤ ਨਾਲ ਇੰਨਾ ਪਿਆਰ ਕੀਤਾ। ਯਹੂਨਾ 3:16 ਵਿੱਚ ਕੀ ਲਿਖਿਆ? ਜਵਾ ਪਿਤਾ ਪਰਮੇਸ਼ਰ ਨੇ ਜਗਤ ਨਾਲ ਇੰਨਾ ਪਿਆਰ ਕੀਤਾ, ਇੱਕ ਆਪਣਾ ਲੋਤਾ ਪੁੱਤਰ ਬਖਸ਼ ਦਿੱਤਾ। ਹਾਲੇਲੂਇਆ। ਇਸ ਕਰਕੇ ਤਾਂ ਭਾਈਓ ਤੁਹਾਨੂੰ ਸ਼ਬਦ ਕਿਸੇ ਦੇ ਆਪਾਂ ਕਿਸੇ ਦੇ ਮੂੰਹ ਦੇ ਵਿੱਚੋਂ ਆਪਾਂ ਮਾੜਾ ਲਫ਼ਜ਼ ਕੱਢਣ ਦੀ ਨਹੀਂ। ਜਦੋਂ ਕਹੋਤਾ ਉੱਥੇ ਲਿਖਿਆ ਕਹੋਤਾ ਦੀ ਕਿਤਾਬ 15 ਵਿੱਚ ਨਰਮ ਜਵਾਬ ਗੁੱਸੇ ਨੂੰ ਠੰਡਾ ਕਰ ਦਿੰਦਾ। ਕਿਸੇ ਦੇ ਵਿਰੁੱਧ ਜਾਂ ਕਿਸੇ ਦੇ ਵਿਰੁੱਧ ਕਿਸੇ ਦੇ ਦੋਸ਼ ਲਾਉਣ ਦੀ ਆਪਾਂ ਨੂੰ ਲੋੜ ਨਹੀਂ ਹੈਗੀ। ਲੋਕਾਂ ਦੀ ਕਿਤਾਬ ਵਿੱਚ ਕੀ ਲਿਖਿਆ? ਦੋਸ਼ ਨਾਲ ਦੋਸ਼ ਤੁਹਾਡੇ ਤੇ ਲਾਇਆ ਜਾਏਗਾ। ਕਹਿੰਦਾ ਉਨੀ ਸਜ਼ਾ ਦੀ ਤੁਸੀਂ ਜੇ ਉਹ ਦੋਸ਼ ਲਾਉਣਾ ਤਾਂ ਉਹ ਕੰਮ ਕਰਦਾ, ਜੇ ਤੁਸੀਂ ਵੀ ਉਹ ਕੰਮ ਕਰਦੇ ਹੋ ਤੁਹਾਨੂੰ ਵੀ ਉਨੀ ਸਜ਼ਾ ਦੇ ਤੁਸੀਂ ਉਨੇ ਹੱਕਦਾਰ ਹੈਗੇ ਨੇ। ਕਿਉਂਕਿ ਆਪਾਂ ਨੂੰ ਕੀ ਆ? ਇੱਕ ਦੂਜੇ ਦੋਸ਼ ਲਾਉਣ ਦੀ ਲੋੜ ਹੈ, ਇੱਕ ਦੂਜੇ ਨਾਲ ਪਿਆਰ ਰਹਿਣ ਦੀ ਲੋੜ ਹੈ। ਜੇ ਸ਼ਬਦ ਨਾਲ ਸਾਰਾ ਕੁਝ ਪਿਆਰ ਹੋਇਆ ਤੇ ਆਪਣੇ ਮੂੰਹ 'ਚ ਆਪਾਂ ਜੇ ਸ਼ਬਦ ਕੱਢਦੇ ਆ ਤੇ ਜਿਸ ਤਰ੍ਹਾਂ ਜਕੂਰ ਦੀ ਪੱਤਰੀ 3 ਵਿੱਚ ਆ ਕੇ ਆਦਮੀ ਉੱਤੇ ਕੀ ਲਿਖਿਆ? ਜੀਵ ਦੇ ਕਾਰੇ ਲਿਖਿਆ ਨਾ, ਜੀਵ ਇੱਕ ਭਾਵ ਚੱਕਰ ਨੂੰ ਅੱਗ ਲਾ ਦਿੰਦੀ। ਜੇ ਪਰਮੇਸ਼ਰ ਦੇ ਵੀ ਉਹਨੇ ਪਿਆਰ ਨਾਲ ਸਾਨੂੰ ਤਿਆਰ ਕੀਤਾ ਤੇ ਆਪਾਂ ਮਕਰ ਬੁੱਲਾਂ ਦੇ ਨਾਲ ਇੱਕ ਦੂਜੇ ਦਾ ਮਾੜਾ ਸੋਚਦੇ ਰਹਿੰਦੇ। ਇਸ ਕਰਕੇ ਮੈਂ ਆਪਾਂ ਚੱਲਾਂਗੇ ਅਫਸੀਆਂ ਦੀ ਕਿਤਾਬ ਦੇ ਵਿੱਚ ਮਸੀਹ ਦੀ ਦੇਹ ਵਿੱਚ ਏਕਤਾ। ਉਪਰੰਤ ਮੈਂ ਜੋ ਪ੍ਰਭੂ ਦੇ ਨਾਮ ਵਿੱਚ ਕਹਿੰਦੀ ਹਾਂ, ਤੁਹਾਡੇ ਅੱਗੇ ਬੇਨਤੀ ਕਰਦਾ ਹਾਂ, ਜੋ ਤੁਸੀਂ ਜਿਵੇਂ ਸੱਦੇ ਨਾਲ ਸੱਦੇ ਹੋਏ ਹੋ ਉਹਦੇ ਯੋਗ ਚਾਲ ਚੱਲੋ। ਹਾਲੇਲੂਇਆ, ਹਾਲੇਲੂਆ, ਹਾਲੇਲੂਆ। ਪ੍ਰਭੂ ਦਾ ਕਿਹਦੇ ਕਹਿ ਆਪਾਂ? ਪਰਮੇਸ਼ਰ ਤੇ ਕਹਿ ਦੀ, ਉਹਦੇ ਵਚਨਾਂ ਤੇ ਕਹਿ ਦੀ ਆਪਾਂ। ਜੀ ਉਹਦੀ ਵਚਨਾਂ ਦੇ ਉਹਦੀ ਪੈਰ ਵਿੱਚ ਆਪਾਂ ਚੱਲਾਂਗੇ, ਉਹਦੇ ਆਪਾਂ ਇਸ ਟਾਈਮ ਤੇ ਕਹਿ ਦੀ। ਕੋਈ ਯਿਸੂ ਮਸੀਹ ਦੇ ਹੋਣ ਦੇ ਨਾਤੇ ਪ੍ਰਭੂ ਦੇ ਆਪਾਂ ਉਹਦੇ ਵਚਨਾਂ ਦੇ ਬਹੁਤ ਦੇ ਨਾਲ ਆਪਾਂ ਕਹਿ ਦੀ। ਉਹਦੇ ਵਚਨਾਂ ਦੇ ਇੱਥੇ ਲਿਖਿਆ ਕਹਿ ਦੀ ਹਾਂ, ਤੁਸੀਂ ਜਿਸ ਸੱਦੇ ਨਾਲ ਸੱਦੇ ਹੋਏ ਉਸੇ ਯੋਗ ਚਾਲ ਚੱਲੋ। ਜੇ ਪ੍ਰਭੂ ਨੇ ਤੁਹਾਨੂੰ ਚੁਣਿਆ, ਪ੍ਰਭੂ ਨੇ ਵੇਖੋ ਜੇ ਮੈਂ ਅਸੀਂ ਨਹੀਂ ਇੱਥੇ ਮੈਂ ਨਹੀਂ ਤੁਹਾਨੂੰ ਸੱਦਿਆ, ਤੁਹਾਨੂੰ ਕੌਣ ਲੈ ਕੇ ਆਇਆ? ਪ੍ਰਭੂ ਦਾ ਕੋਈ ਪ੍ਰਾਤਮਾ ਇਸ ਜਗ੍ਹਾ ਤੇ ਲੈ ਕੇ ਆਇਆ। ਭੈਣ ਤੁਸੀਂ ਪ੍ਰਭੂ ਦੇ ਨਾਲ ਸੱਦੇ ਤੁਸੀਂ ਆਏ। ਉੱਥੇ ਲਿਖਿਆ ਜਿਹੜੇ ਸੱਦੇ ਨਾਲ ਸੱਦੇ ਉਸੇ ਯੋਗ ਤੁਸੀਂ ਚੱਲੋ। ਪ੍ਰਭੂ ਨੇ ਆਪਾਂ ਲਿਖਿਆ ਨਾ, ਪ੍ਰਭੂ ਦੇ ਵਚਨ 'ਚ ਲਿਖਿਆ ਤੁਹਾਡੀ ਚੋਣ ਮੈਂ ਮਾਂ ਦੀ ਕੁੱਖ ਦੇ ਵਿੱਚੋਂ ਕਰ ਚੁੱਕਾ। ਪ੍ਰਭੂ ਜਿਹਨੂੰ ਪ੍ਰਭੂ ਨੇ ਸੇਵਾ ਲੈਣੀ ਹੈ, ਜਿਹੜਾ ਕੰਮ ਲੈਣਾ ਪ੍ਰਭੂ ਨੇ, ਉਹਦੀ ਚੋਣ ਮਾਂ ਦੀ ਕੁੱਖ ਦੇ ਵਿੱਚੋਂ ਕਰ ਚੁੱਕੇ। ਪ੍ਰਭੂ ਦੇ ਵਚਨ ਭਜਨ ਬੋਲ ਦਿੰਦੇ ਨਾ, ਸੱਦੇ ਹੋਏ ਤਾਂ ਬਹੁਤ
ਪਰ ਚੁਣੇ ਹੋਏ ਚੋੜੇ ਚੁਣੇ ਹੋਏ ਚੋੜੇ ਆ। ਤੇ ਜਦੋਂ ਆਪਾਂ ਬਚਨ ਦੇ ਵਿੱਚ ਚੱਲੀਏ ਉੱਥੇ ਕੀ ਲਿਖਿਆ, ਫਸਲ ਪੱਕੀ ਆ ਤੇ ਵਾਢੇ ਥੋੜੇ ਨੇ। ਆਓ ਅੱਗੇ ਅਗਲੀ ਆਇਤ 'ਚ ਲਿਖਿਆ, ਆਓ ਯਹੋਵਾ ਪਰਮੇਸ਼ਰ ਦੇ ਅੱਗੇ ਸਿਫਾਰਿਸ਼ ਕਰੀਏ ਕਿ ਵਾਢੇ ਹੋਰ ਖਾਣ। ਕਿਉਂਕਿ ਜਿਹੜੇ ਯੋਗ ਚੱਲਣੇ, ਜਿਹੜੇ ਯੋਗ ਆਪਾਂ ਨੂੰ ਸੱਦਿਆ ਗਿਆ ਉਸੇ ਯੋਗ ਚੱਲਣ ਦੀ ਆਪਾਂ ਨੂੰ ਲੋੜ ਹੈ। ਪ੍ਰਭੂ ਦੇ ਜਿਸ ਤਰੀਕੇ ਨਾਲ ਕਿਸੇ ਨੂੰ ਚਲਾਉਣਾ, ਮੈਂ ਤੁਹਾਨੂੰ ਉੱਥੇ ਕੀ ਦੱਸਿਆ ਸੀ, ਸੇਵਾ ਕਾਈ ਕਿਹੜੀ ਆ, ਸੇਵਾ ਤੁਹਾਡੀ ਜੁੱਤੀਆਂ ਤੋਂ ਲੈ ਕੇ ਤੇ ਵਚਨ ਦੇਣ ਤੱਕ ਹੈਗੀ। ਉਸੇ ਚਾਲ ਨਾਲ ਆਪਾਂ ਚੱਲਣ ਦੀ ਲੋੜ ਹੈ। ਜੇ ਕਿਸੇ ਨੂੰ ਦਰੀਆਂ ਵਿਛਾਉਣ ਦੀ ਸੇਵਾ ਮਿਲੀ ਆ, ਦਰੀਆਂ ਵਿਛਾਏ। ਜੇ ਕਿਸੇ ਨੂੰ ਪਰਦੇ ਲਾਉਣ ਦੀ ਲੋੜ ਹੈ, ਪਰਦੇ ਲਾਵੇ। ਜੇ ਕੋਈ ਚਾਨਣੀਆਂ ਲਾ ਰਿਹਾ, ਚਾਨਣੀਆਂ। ਜੇ ਜੁੱਤੀਆਂ ਦੀ ਮਿਲੀ, ਜੁੱਤੀਆਂ ਦੀ ਲਾ। ਜੇ ਕਿਸੇ ਨੂੰ ਪ੍ਰਚਾਰ ਕਰਨ ਦੀ ਸੇਵਾ ਮਿਲੀ, ਉਹ ਪ੍ਰਚਾਰ ਕਰ ਰਿਹਾ। ਇਸ ਤਰ੍ਹਾਂ ਵੀ ਕਿਸੇ ਨੂੰ ਝਾੜੂ ਲਾਉਣ ਦੀ ਸੇਵਾ ਵਾ, ਉਸੇ ਪ੍ਰਭੂ ਦੇ ਵਚਨ ਦੇ ਮੁਤਾਬਕ ਆਪਾਂ ਨੂੰ ਕਰਨ ਦੀ ਲੋੜ ਹੈ। ਕਿਉਂਕਿ ਸੇਵਾ ਕਈ ਪ੍ਰਕਾਰ ਦੀ ਆਉਂਦੀ ਹੈ, ਕਈ ਪ੍ਰਕਾਰ ਦੀਆਂ ਆਉਂਦੀਆਂ ਸੇਵਾ। ਇਸ ਕਰਕੇ ਜਿਹੜੇ ਸੱਦੇ ਹੋਏ ਚੱਲੇ ਆਪਾਂ ਉਸੇ ਯੋਗ ਚੱਲਣ ਆਪਾਂ ਦੀ ਲੋੜ ਹੈ। ਕਿਉਂਕਿ ਜੇ ਆਪਾਂ ਪ੍ਰਭੂ ਦੇ ਵਚਨ ਦੇ ਨਾਲ ਚੱਲਾਂਗੇ, ਦੂਰ 119 ਉਹਦੀ 130 ਤੇ ਤੇਰਾ ਵਚਨ ਖੁਦਾ ਨੂੰ ਚਾਨਣ ਦੇ ਸਿੱਧੇ ਸਾਦੇ ਲੋਕਾਂ ਨੂੰ ਉਹ ਸਮਝ ਸਕਦਾ। ਕਿਉਂਕਿ ਜੇ ਤੁਹਾਡੇ ਘਰ ਪ੍ਰਭੂ ਦਾ ਵਚਨ ਖੁੱਲਦਾ ਹੋਊਗਾ ਤੇ ਸਿੱਧੇ ਲੋਕਾਂ ਨੂੰ ਚਲਾਉਣ ਵਾਲਾ ਕੌਣ ਆ? ਪਰਮੇਸ਼ਰ ਦੇ ਭੈਣ ਭਾਈ, ਪਰਮੇਸ਼ਰ। ਮੈਂ ਆਪਣੀ ਤੁਹਾਨੂੰ ਗਵਾਹੀ ਦੇਣ ਲੱਗਾ, ਮੈਂ ਜਿੱਦਣ ਪਹਿਲੇ ਦਿਨ ਮੈਨੂੰ ਪ੍ਰਾਰਥਨਾ ਕਰਨ ਲਈ ਪ੍ਰਭੂ ਦੇ ਦਾਸ ਥੋਮਸ ਕਿਸੇ ਨੇ ਆਖਿਆ ਸੀ, ਪ੍ਰਭੂ ਦੇ ਦਾਸ ਥੋਮਸ ਨੇ ਆਖਿਆ ਵੀ ਸੋਨੂੰ ਦੇ ਨਾਲ, ਸੋਨੂੰ ਸ਼ਾਹ ਦੇ ਨਾਲ ਆਪਾਂ ਪ੍ਰਾਰਥਨਾ ਕਰਾਂਗੇ। ਤੇ ਮੇਰੀਆਂ ਭੈਣ ਭਾਈਆਂ ਐ ਲੱਤਾਂ ਤੇ ਮੇਰੇ ਸਰੀਰ ਐ ਤਰੀਲਿਆ ਗਿਆ ਵੀ ਮੈਨੂੰ ਕੀ ਆਦਤ ਆ ਭਾਈ ਜੀ। ਇਸ ਕਰਕੇ ਉਹਨਾਂ ਨੇ ਇੰਨੀ ਕਹਿੰਦੇ ਵੀ ਅੱਜ ਮੈਂ ਐਡੀ ਸਪੀਡ ਦੇ ਨਾਲ ਬੋਲਿਆ ਕੋਈ ਹੱਦ ਹੀ ਨਹੀਂ। ਮੈਂ ਪ੍ਰਾਰਥਨਾ ਤੇ ਕਰਤੀ ਪਰ ਐਡੀ ਸਪੀਡ ਦੇ ਨਾਲ ਮੈਂ ਬੋਲਿਆ ਕੋਈ ਹੱਦ। ਮੇਰੀ ਬੋਲਣ ਕਹਿੰਦੇ ਦਾਸ ਕਹਿੰਦੇ ਵੀ ਹੌਲੀ ਬੋਲ, ਹੌਲੀ ਬੋਲ। ਪਰ ਮੈਂ ਪਤਾ ਨਹੀਂ ਕੀ ਬੋਲ ਗਿਆ, ਅੰਦਾਜ਼ੇ ਨਾਲ ਸਾਰਾ ਕੁਝ ਬੋਲ ਕੇ ਤੇ ਆਮੀਨ ਕਹਿਤਾ। ਤੇ ਪਰ ਹੁਣ ਜਦੋਂ ਪ੍ਰਭੂ ਦੇ ਵਚਨ 'ਚ ਮੈਂ ਦਲੇਰੀ ਵਾਲਾ ਮਸਾ ਮੰਗਣਾ ਸ਼ੁਰੂ ਕੀਤਾ, ਉਸ ਵੇਲੇ ਪ੍ਰਭੂ ਮੈਨੂੰ ਚਲਾ ਰਿਹਾ। ਕਿਉਂਕਿ ਪ੍ਰਭੂ ਆਪਣੀ ਕਿਰਪਾ ਦੇ ਨਾਲ ਚਲਾ ਰਿਹਾ, ਕਿਉਂਕਿ ਮੈਂ ਨਹੀਂ ਚੱਲ ਰਿਹਾ। ਕਿਉਂਕਿ ਪ੍ਰਭੂ ਦੇ ਵਚਨ 'ਚ ਲਿਖਿਆ, ਕਿਉਂਕਿ ਸਰੀਰ ਤੇ ਕਮਜ਼ੋਰ ਆ ਪਰ ਆਤਮਾ ਜੋਰਾਵਾ ਹੈ, ਆਤਮਾ ਜੋਰਾਵਾ ਹੈ। ਕਿਉਂਕਿ ਪ੍ਰਭੂ ਦਾ ਵਚਨ ਹੀ ਆਪਾਂ ਨੂੰ ਚਲਾਉਣਾ। ਕਿਉਂਕਿ ਸਿੱਧ ਜਿਹੜਾ ਪ੍ਰਭੂ ਦਾ ਵਚਨ ਹੀ, ਮੈਂ ਤੁਹਾਨੂੰ ਕੀ ਆਖਿਆ, ਜ਼ਬੂਰ 119 ਦੀ ਆਈ ਕਹਿੰਦਾ ਸਿੱਧੇ ਸਾਦੇ ਲੋਕਾਂ ਨੂੰ ਉਹ ਸਮਝ ਬਖਸ਼ਦਾ। ਜਿਹੜੇ ਸਿੱਧੇ ਵੀ ਲੋਕ ਹੋਣ ਉਹਨਾਂ ਨੂੰ ਸਮਝਣ ਬਖਸ਼ਣ ਵਾਲਾ ਪ੍ਰਭੂ ਦਾ ਵਚਨ ਹੀ। ਕਿਉਂਕਿ ਆਪਾਂ ਵਚਨ ਦੇ ਦੁਬਾਰਾ ਪ੍ਰਭੂ ਦੇ ਉਹਨੇ ਆਪਣੇ ਲਹੂ ਨਾਲ ਸਾਨੂੰ ਮੁੱਲ ਖਰੀਦ ਲਿਆ। ਕਿਉਂਕਿ ਪਹਿਲੋਂ ਇਸਰਾਏਲੀ ਕੌਮ ਨੂੰ ਚਾਤ ਕੀਤਾ, ਉਹਨੇ ਸਾਡੇ ਪਾਪਾਂ ਦੀ ਗੁਲਾਮੀ ਦੇ ਖਾਤਰ ਆਪਣੇ ਆਪ ਨੂੰ ਸਲੀਬ ਦੇ ਦਿੱਤੀ। ਤੇ ਆਪਾਂ ਰੋਜ਼ ਪਾਪ ਕਰਦੇ ਹਾਂ, ਕਿਸੇ ਦੇ ਵਿਰੁੱਧ ਮਾੜਾ ਬੋਲ ਕੇ, ਕਿਸੇ ਜਿਸ ਤਰ੍ਹਾਂ ਵੀ ਆਪਾਂ ਮਾੜਾ ਬੋਲ ਕੇ ਆਪਾਂ ਰੋਜ਼ ਪਾਪ ਕਰਦੇ ਹਾਂ। ਯਿਸੂ ਮਸੀਹ ਨੂੰ ਰੋਜ਼ ਸਲੀਬ ਦਿੰਦੀ। ਕਿਉਂਕਿ ਯਿਸੂ ਮਸੀਹ ਵਚਨ ਦੇ ਵਿੱਚ ਕੀ ਲਿਖਿਆ, ਆਪਣੀ ਸਲੀਬ ਚੁੱਕ ਤੇ ਮੇਰੇ ਮਗਰ ਤੁਰਿਆ। ਕਿਉਂਕਿ ਆਪਾਂ ਭੈਣ ਭਾਈ ਕਿਸੇ ਦੇ ਵਿਰੁੱਧ ਮਾੜਾ ਬੋਲਣ ਦੀ ਲੋੜ ਨਹੀਂ ਹੈਗੀ। ਕਿਉਂਕਿ ਜੇ ਵਚਨ ਦੇ ਆਪਾਂ ਚੱਲਾਂਗੇ, ਜਿਹਦੇ ਘਰ ਪ੍ਰਭੂ ਦਾ ਵਚਨ ਖੁੱਲੂਗਾ, ਤੁਹਾਨੂੰ ਆਪੇ ਹੀ ਸਮਝੋ ਬਖਸ਼ੂਗਾ। ਸਮਝ ਤੁਸੀਂ ਕਿਸ ਤਰ੍ਹਾਂ ਲੈਣੀ ਆ? ਕਿਉਂਕਿ ਅੱਜ ਫੇਰ ਨਵੀਆਂ ਛਾਪ ਕੇ ਆ ਗਈਆਂ, ਅੱਜ ਫੇਰ 6 ਐਤਾਂ ਨਵੀਆਂ ਛਾਪ ਕੇ ਆ ਗਈਆਂ। ਪਰ ਮੈਨੂੰ ਉਮੀਦ ਨਹੀਂ ਹੈਗੀ ਜਿੰਨੇ ਆਪਣੇ ਘਰ 'ਚ ਲੈਮੀਨੇਸ਼ਨ ਕਰਕੇ ਐਤ ਲਿਖੀ ਆਈ ਆ ਤੇ ਕਿਲੀ ਨੇ ਟੰਗੀ ਉਹ ਹੱਥ ਕਰ ਉਹ 2 ਭੈਣਾਂ ਨਿਕਲੀਆਂ। ਉਹ ਹਾਲਾਂਕਿ ਇਸ ਚਰਚ ਵਿੱਚ ਆਉਂਦੀਆਂ ਨਹੀਂ, ਪਰ ਉਹਨਾਂ ਨੇ ਫੇਰ ਵੀ ਪ੍ਰਭੂ ਦੇ ਬੱਚੇ ਨੂੰ ਵੇਖੋ ਕਿ ਪਵਿੱਤਰਤਾਈ ਦੇ ਨਾਲ ਪ੍ਰਭੂ ਦੇ ਬੱਚੇ ਨੂੰ ਉਹਨਾਂ ਨੇ ਸਾਂਭ ਕੀਤੀ। ਸਭ ਤਾਰੀਫ ਕਰਾਂਗੇ, ਸਭ ਤਾਰੀਫ। ਸਿਰਫ 2 ਬੰਦੇ ਸਾਰੇ ਨਹੀਂ ਸੁਣੇਗੀ ਆ ਸੁਣਿਆ ਜਾਓ, ਕਦਰ ਕਰਿਆ ਕਰੋ ਵਚਨ ਦੀ। ਕਿਉਂਕਿ ਪ੍ਰਭੂ ਦਾ ਵਚਨ ਭੈਣ ਭਾਈਓ, ਮੈਂ ਇੰਨੀ ਮਿਹਨਤ ਨਾਲ ਧੁੱਪੇ ਰੋਜ਼ ਖਾਪ ਕੇ ਤੁਹਾਡੇ ਵਾਸਤੇ ਆਟਾ ਛਾਪ ਕੇ ਲਿਆਉਂਦਾ, ਪਰ ਤੁਸੀਂ ਉਹਦੀ ਕਦਰ, ਜੇ ਮੈਂ ਉਹ ਤੁਹਾਡੇ ਤੋਂ 20 ਰੁਪਏ ਲਏ ਹੁੰਦੇ ਨਾ ਤੇ ਆਪਣੇ ਆਪ ਕਿੱਲਿਆਂ ਦਾ ਆਟੋਮੈਟਿਕ ਟੰਗੀਆਂ ਜਾਣੀਆਂ। ਕਿਉਂਕਿ ਤੁਹਾਨੂੰ ਫ੍ਰੀ ਮਿਲ ਰਹੀਆਂ ਤੇ ਫ੍ਰੀ ਦੀ ਕਦਰ ਨਹੀਂ ਕਰਦੇ। ਤੁਹਾਨੂੰ ਮਤਲਬ ਕੀ ਆਖਿਆ, ਇਹਨੂੰ ਲੈਮੀਨੇਸ਼ਨ ਕਰਾ ਕੇ ਪ੍ਰਭੂ ਦਾ ਵਚਨ ਹੈ, ਪਵਿੱਤਰ ਵਚਨ ਆ, ਤੁਸੀਂ ਇਹਦੀ ਸਾਂਭ ਕਰੋ। ਪ੍ਰਭੂ ਦੇ ਵਚਨ 'ਚ ਲਿਖਿਆ ਨਾ, ਜੋ ਕੁਛ ਤੇ ਕੋਈ ਹੈਗਾ ਉਹਨੂੰ ਤਕੜਾਈ ਦੇ ਨਾਲ ਫੜ ਛੱਡ। ਪ੍ਰਭੂ ਦਾ ਵਚਨ ਹੀ ਭੈਣ ਭਾਈਓ, ਜੇ ਤੁਸੀਂ ਉਹਨੂੰ ਤਕੜਾਈ ਨਾਲ ਫੜ ਛੱਡੋਗੇ ਤੇ ਤੁਹਾਡਾ ਜੀਵਨ ਸਫਲ ਹੀ ਸਫਲ। ਕਿਉਂਕਿ ਤੁਸੀਂ ਪ੍ਰਭੂ ਦੇ ਵਚਨ, ਜੇ ਪ੍ਰਭੂ ਦੇ ਵਚਨ ਦੇ ਨਾਲ ਚੱਲੋਗੇ ਸਹੀ ਤਰੀਕੇ ਨਾਲ, ਤੁਹਾਨੂੰ ਕਿਸੇ ਵੀ ਗੱਲ ਦੀ ਘਾਟੀ ਨਹੀਂ। ਤੁਹਾਡੇ ਬੱਚੇ ਵੀ ਆਗਿਆਕਾਰ ਰਹਿਣਗੇ, ਹਰ ਚੀਜ਼ ਤੁਹਾਡੇ ਹੁਕਮ ਦੇ ਮੁਤਾਬਕ ਹੋਵੇਗੀ। ਇਸ ਕਰਕੇ ਭੈਣ ਭਾਈਓ, ਤੁਸੀਂ ਵਚਨ ਦੀ ਕਦਰ ਨਹੀਂ ਨਿਕਾਲੇ। ਮੈਂ ਅੱਜ ਫੇਰ ਸ਼ੇਸ਼ ਪਾ ਗਿਆ, ਮੈਂ ਤਾਦ ਦੇਣੀਆਂ ਜੇ ਪਹਿਲੀਆਂ ਤੁਸੀਂ ਕਿਲੀਆਂ ਤੇ ਜਾਂ ਉੱਥੇ ਲੈਮੀਨੇਸ਼ਨ ਕਰਵਾ ਕੇ ਟੰਗੀਆਂ ਹੋਣਗੀਆਂ। ਐਦਾਂ ਫੇਰ ਅੱਜ ਪ੍ਰਭੂ ਦੇ ਵਚਨ ਦੇ ਵਿੱਚ ਮੈਂ ਵਧੀਆ ਵਧੀਆ ਲਿਖ ਕੇ ਤੇ ਫੇਰ ਲੈ ਕੇ ਆਇਆ। ਫੇਰ ਅੱਜ 2 ਘੰਟੇ ਸੇ ਭੰਨ ਕੇ ਛਪਾ ਕੇ ਤੇ ਫੇਰ ਲੈ ਕੇ ਆਉਣਾ। ਕਿਉਂਕਿ ਤੁਸੀਂ ਨਹੀਂ ਉਹਦੀ ਕਦਰ ਨਹੀਂ ਕਰ ਰਹੇ ਤੇ ਫਿਰ ਤੁਹਾਨੂੰ ਦੇਣ ਦਾ ਵੀ ਕੋਈ ਫਾਇਦਾ ਨਹੀਂ ਹੈ। ਇਸ ਕਰਕੇ ਜੇ ਇਹਨੂੰ ਫਿਰ ਮੈਂ ਬਾਹਰ ਮਰਦਾ ਉਹ ਚੰਗੀਆਂ। ਕਿਉਂਕਿ ਜਿਹੜੇ ਬਾਹਰ ਲਿਆ, ਜੇ ਤੁਹਾਨੂੰ ਪ੍ਰਭੂ ਨੇ ਯਿਸੂ ਮਸੀਹ ਨੇ ਅਲੱਗ ਕਰਤਾ, ਤੁਹਾਨੂੰ ਕੀ ਆ, ਅਲੱਗ ਕਰਤਾ ਵੀ ਇਹ ਮੇਰੇ ਚੁਣੇ ਹੋਏ ਲੋਕ ਹੈ। ਜੇ ਤੁਸੀਂ ਪ੍ਰਭੂ ਦੇ ਵਚਨ ਦੀ ਕਦਰ ਨਹੀਂ ਕਰਦੇ ਤੇ ਫਿਰ ਕੀ ਕਰੋਗੇ? ਜ਼ਬੂਰ 136 ਉਹਦੀ 2 ਆਇਤ ਵਿੱਚ ਕੀ ਲਿਖਿਆ, ਮੈਂ ਤੇਰੀ ਹੈਕਲ ਦੇ ਸਾਹਮਣੇ ਮੱਥਾ ਟੇਕਿਆ, ਮੈਂ ਤੇਰੇ ਵਚਨ ਨੂੰ ਵੰਡਿਆ ਤੇ ਨਾਮ ਨੂੰ ਉੱਚਾ ਕੀਤਾ।
ਕਿਉਂਕਿ ਉਹਨੇ ਆਪਣੇ ਨਾਮ ਨੂੰ ਯਹੋਵਾ ਪਿਤਾ ਪਰਮੇਸ਼ਰ ਦੇ ਨਾਮ ਨੂੰ ਹੀ ਉੱਚਾ ਉਹਨੇ ਕੀਤਾ। ਸਾਰੀ ਯਹੂਨਾ ਦੀ ਅਜ਼ੀਲ ਦੇ ਵਿੱਚ ਯਹੋਵਾ ਪਿਤਾ ਪਰਮੇਸ਼ਰ ਦੀ ਹਰ ਸਿਫਤ ਉਹਨੇ ਯਿਸੂ ਮਸੀਹ ਨੇ ਉਹਦੇ ਪਿਤਾ ਪਰਮੇਸ਼ਰ ਦੀ ਆਪਣੀ ਦੀ ਸਿਫਤ ਕੀਤੀ ਹੈ। ਅਗਲੀ ਦੋ ਐ ਚੱਲਾਂਗੇ। ਅਰਥਾਤ ਪੂਰਨ ਅਧੀਨਗੀ, ਨਰਮਾਈ ਅਤੇ ਧੀਰਜ ਸਾਹਿਤ ਪ੍ਰੇਮ ਨਾਲ ਇੱਕ ਦੂਜੇ ਦੀ ਸਹਿ ਲਵੋ। ਹਾਲੇਲੂਇਆ ਹਾਲੇਲੂਇਆ ਹਾਲੇਲੂਇਆ। ਪ੍ਰਭੂ ਦਾ ਵਚਨ ਅਰਥਾਤ ਪੂਰਨ ਅਧੀਨਗੀ, ਨਰਮਾਈ ਅਤੇ ਧੀਰਜ ਸਹਿਤ ਪ੍ਰੇਮ ਨਾਲ ਇੱਕ ਦੂਜੇ ਦੀ ਸਹਿ ਲਵੋ। ਆਪਾਂ ਸਹਿੰਦੇ ਇੱਕ ਦੂਜੇ ਦੀ। ਜੇ ਆਪਾਂ ਮਸੀਹ ਦੀ ਦੇਹ ਵਿੱਚ ਏਕਤਾ ਹੈਗੀ ਆ ਤੇ ਫਿਰ ਹੀ ਆਪਾਂ ਸਹਿ ਸਕਦੇ। ਜੇ ਨਹੀਂ ਆਪਣੇ ਵਿੱਚ ਏਕਤਾ ਹੈਗੀ ਤਾਂ ਆਪਾਂ ਇੱਕ ਦੂਜੇ ਨੂੰ ਕੀ ਆ ਇੱਕ ਗੱਲ ਕਰੂਗਾ ਤੇ ਉਸੇ ਆਪਾਂ ਵੱਢ ਖਾਂਗੇ। ਨਰਮ ਜਵਾਬ ਗੁੱਸੇ ਨੂੰ ਠੰਡਾ ਤਾਂ ਨਹੀਂ ਕਰਦਾ। ਜੇ ਤੁਹਾਡੇ ਵਿੱਚ ਪ੍ਰਭੂ ਦੇ ਆਤਮਾ ਦੇ 9 ਫਲ ਹੈਗੇ ਆ, ਜੇ ਆਤਮਾ ਦੇ 9 ਫਲ ਨਹੀਂ ਹੈਗੇ ਤੇ ਤੁਸੀਂ ਗੱਲ ਕਦੀ ਵੀ ਸਹਿ ਨਹੀਂ ਸਕਦੇ। ਉਹ ਆਪਣਾ ਸਾਡਾ ਪ੍ਰਭੂ ਯਿਸੂ ਮਸੀਹ ਸਾਰੀਆਂ ਗੱਲਾਂ ਨੂੰ ਸਹਿ ਗਿਆ। ਕੀ ਉਹਨਾਂ ਨੂੰ ਠੱਠਾ ਵੀ ਕੀਤਾ ਗਿਆ, ਉਹ ਮਜ਼ਾਕ ਕੀਤਾ ਗਿਆ, ਉਹਦੇ ਥੁੱਕ ਸੁੱਟਿਆ ਗਿਆ, ਉਹਦੀ ਦਾੜੀ ਪੁੱਟੀ ਗਈ, ਹਰ ਤਸੀਹੇ ਨੂੰ ਦਿੱਤੇ ਗਏ। ਪਰ ਆਪਣੇ ਨਾਲ ਜੇ ਕੋਈ ਕਰੇ ਤਾਂ ਆਪਾਂ ਜਿੰਨਾ ਚਿਰ ਇੱਕ ਗਾਲ ਕੱਢ ਕੇ ਤੁਹਾਨੂੰ ਕਹੀ ਆਪਾਂ 4 ਕੱਢ ਕੇ ਨਹੀਂ ਤੁਹਾਨੂੰ ਆਪਾਂ ਸਿਰਕ ਨਹੀਂ ਹੁੰਦਾ। ਆਪਾਂ ਰਾਤ ਦੀ ਰੋਟੀ ਨਹੀਂ ਲੰਘਦੀ ਜਿੰਨਾ ਚਿਰ ਉਹਦੇ ਆਪਾਂ ਬਦਲਾ ਲੈ ਕੇ ਨਹੀਂ ਆ ਜਾਂਦੇ। ਕਹਿਣ ਪਈਏ ਕਿ ਯਿਸੂ ਮਸੀਹ ਸਾਰਾ ਕੁਝ ਤਾਨੇ ਮੇਰੇ ਸਹਿ ਗਿਆ ਸਾਡੀ ਪਾਪਾਂ ਦੀ ਖਾਤਰ। ਇੱਥੇ ਲਿਖਿਆ ਧੀਰਜ ਸਹਿਤ ਪ੍ਰੇਮ ਨਾਲ ਇੱਕ ਦੂਜੇ ਦੀ ਸਹਿ ਲਓ। ਤੁਹਾਨੂੰ ਕੀ ਆ ਇੱਕ ਦੂਜੇ ਨਾਲ ਸਹਿਣ ਦੀ ਲੋੜ ਹੈ। ਕਲੀਸਿਆ ਦੇ ਵਿੱਚ ਇੰਨਾ ਪਿਆਰ ਹੋਣਾ ਚਾਹੀਦਾ ਕਿ ਬਾਹਰ ਤੋਂ ਹੀ ਨਮੂਨਾ ਹੋਵੇ, ਨਮੂਨਾ ਹੋਵੇ। ਕਲੀਸਿਆ ਦੇ ਵਿੱਚ ਇੰਨਾ ਪਿਆਰ ਹੁੰਦਾ ਕਿ ਤੁਸੀਂ ਨਮੂਨਾ, ਜੇ ਤੁਹਾਨੂੰ ਬਾਹਰੋਂ ਕੋਈ ਆਵੇ ਆ ਕੇ ਵੇਖੇ ਤੇ ਵਾਕਿਆ ਵੀ ਇਸ ਕਲੀਸਿਆ ਦੇ ਵਿੱਚ ਬਹੁਤ ਜ਼ਿਆਦਾ ਪਿਆਰ। ਜਦੋਂ ਸੁਲੇਮਾਨ ਦੀ ਸਭਾ ਦੀ ਨਾਲੀ ਚੈੱਕ ਕਰਨ ਆਈ, ਉਹਦੇ ਟੈਗੂ ਉਹਨੇ ਚੈੱਕ ਕੀਤਾ ਤੇ ਕੀ ਕੀਤਾ, ਟੈਗੂ ਚੈੱਕ ਕੀਤਾ ਤੇ ਵੇਖ ਕੇ ਖੁਸ਼ ਹੋਈ। ਉਹਨੇ ਕੀ ਆਖਿਆ ਅੱਗੋਂ, ਕਹਿੰਦਾ ਜਿੰਨਾ ਮੈਂ ਸੋਚਿਆ ਉਸ ਤੋਂ ਵਧੇਕ ਮੈਂ ਪਾਇਆ। ਪਾਇਆ ਕਿ ਨਹੀਂ? ਸਭਾ ਦੀ ਨਾਲੀ ਉਹਨਾਂ ਨੂੰ ਚੈੱਕ ਕਰਨ ਆਈ। ਇਸ ਕਰਕੇ ਭੈਣ ਭਾਈਓ, ਜਦੋਂ ਤੁਹਾਨੂੰ ਕੋਈ ਬਾਹਰੋਂ ਪਾਸਟਰ ਜਾਂ ਕੋਈ ਪ੍ਰਭੂ ਦਾ ਦਾਸ ਚੈੱਕ ਕਰਨ ਆਵੇ ਤੇ ਵੇਖੇ ਵਾਕਈ ਪ੍ਰਭੂ ਦੀ ਕਲੀਸਿਆ, ਜਦੋਂ ਪਹਿਲਾ ਕਰੰਥੀਆਂ ਦੇ ਵਿੱਚ ਲਿਖਿਆ ਪਰਮੇਸ਼ਵਰ ਦੀ ਕਲੀਸਿਆ, ਪਰਮੇਸ਼ਵਰ ਦੀ ਕਲੀਸਿਆ 'ਚ ਇੰਨਾ ਪਿਆਰ ਹੈ ਕੋਈ ਹੱਦ ਨਹੀਂ। ਜੇ ਕਿਸੇ ਨੂੰ ਦੁੱਖ ਮੁਸੀਬਤ ਆਉਂਦਾ ਉਹਦੀ ਭੈਣ ਭਾਈ ਇੱਕ ਦੂਜੇ ਦੀ ਬਾਂਹ ਫੜ ਕੇ ਉਹਦੀ ਮਦਦ ਕਰਨ ਦੀ ਲੋੜ ਹੈ। ਕਿਉਂਕਿ ਯਿਸੂ ਮਸੀਹ ਨੇ ਕੀ ਕੀਤਾ ਹੈ? ਧੀਰਜ ਤੇ ਨਰਮਾਈ ਨਾਲ ਸਾਰੇ ਭਲੇ ਕੰਮ ਹੀ ਕੀਤੇ। ਜੇ ਉਹਦੀ ਆਪਾਂ ਦੇਹ ਦੀ ਏਕਤਾ ਦੇ ਵਿੱਚ ਉਹਦੇ ਵਚਨਾਂ ਦੇ ਵਿੱਚ ਕੈਦੀ ਹੈਗੇ ਹਾਂ, ਜੇ ਉਹਦੇ ਅੰਦਰ ਉਹਦੇ ਅਧੀਨ ਆਪਾਂ ਚੱਲਦੇ, ਕਿਉਂਕਿ ਆਪਣੇ ਆਪ ਨੂੰ ਪਰਮੇਸ਼ਰ ਦੇ ਅਧੀਨ ਕਰਨ ਦੀ ਤੁਹਾਨੂੰ ਲੋੜ ਹੈ, ਤਾਂ ਹੀ ਤੁਸੀਂ ਸ਼ੈਤਾਨ ਦਾ ਸਾਹਮਣਾ ਕਰ ਸਕਦੇ। ਸ਼ੈਤਾਨ ਤੁਹਾਡੇ ਕੋਲੋਂ ਭੱਜ ਜਾਏਗਾ, ਕਿਉਂਕਿ ਸ਼ੈਤਾਨ ਤੁਹਾਡੇ ਕੋਲ ਤਾਂ ਹੀ ਭੱਜੂਗਾ ਜੇ ਪ੍ਰਭੂ ਦੀ ਮਸੀਹ ਦੇ ਵਿੱਚ ਏਕਤਾ ਤੁਹਾਡਾ ਨਮੂਨਾ ਹੋਣਾ ਚਾਹੀਦਾ। ਕਿ ਜਦੋਂ ਬਾਹਰੋਂ ਤੁਹਾਨੂੰ ਕੋਈ ਚੈੱਕ ਕਰੇ ਵਾਕਈ ਪਰਮੇਸ਼ਰ ਦੀ ਕਲੀਸਿਆ ਦੇ ਨਾਲ ਪਿਆਰ, ਇੰਨਾ ਪਿਆਰ ਕੋਈ ਹੱਦ ਹੀ ਨਹੀਂ। ਮੈਂ ਇੱਕ ਦਿਨ ਤੁਹਾਨੂੰ ਅੱਗੇ ਵਚਨ ਦੱਸਿਆ ਸੀ, ਮੈਂ ਪਾਸੇ ਬਲਿੰਦਰ ਦੀ ਚਰਚ ਵਿੱਚ ਗਿਆ ਸੀ। ਮੈਨੂੰ ਨਹੀਂ ਪਤਾ ਉੱਥੇ ਕੀ ਹੁੰਦਾ, ਪਰ ਉੱਥੇ ਜਿਹੜਾ ਮੈਂ ਨਮੂਨਾ ਵੇਖ ਕੇ ਆਇਆ ਵਲੰਟੀਅਰਾਂ ਦਾ, ਐਡਾ ਵਧੀਆ, ਐਡਾ ਮੈਂ ਪਿਆਰਾ ਲੱਗਾ, ਇੰਨਾ ਖੁਸ਼ ਹੋਇਆ ਵੇਖ ਕੇ। ਉੱਥੇ ਇੱਕ ਮਰੀਜ਼ ਆ ਗਿਆ, ਹੈਂਡੀਕੈਪ ਮਰੀਜ਼, ਹੈਂਡੀਕੈਪ। ਇੱਕ ਭੈਣ ਆਈ ਗੱਡੀ ਦੇ ਵਿੱਚ ਚਲਾਉਣ ਗਈ, ਉਹਦੇ ਕੋਲ ਨਹੀਂ ਲੱਥਾ ਮਰੀਜ਼, ਉਹਨੇ ਇੱਕ ਭਾਈ ਨੂੰ ਆਵਾਜ਼ ਮਾਰੀ, ਉਹ ਆ ਗਿਆ। ਉਹਨੇ ਦੂਜੇ ਭਾਈ ਨੂੰ ਆਵਾਜ਼ ਮਾਰੀ, ਉੱਥੇ ਭੈਣ ਭਾਈ ਉਹ 16 ਜਾਣੇ ਵਲੰਟੀਅਰ ਉੱਥੇ ਉਸੇ ਵੇਲੇ ਇਕੱਠੇ ਹੋ ਗਏ। 16 ਵਲੰਟੀਅਰ ਉੱਥੇ ਮੈਂ ਖੁਦ ਗਿਣੇ, ਮੈਂ ਤੇ ਕਿਸੇ ਦੀ ਵੇਖਣ ਤੇ ਨਹੀਂ, ਮੈਂ ਆਪ ਖੁਦ ਜਾ ਕੇ ਵੇਖਿਆ। ਉੱਥੇ ਸਾਹਮਣੇ ਖਲੋਤਾ ਸੀ ਮੈਂ ਗੱਡੀ ਦੇ, 16 ਵਲੰਟੀਅਰ ਉੱਥੇ ਉਸੇ ਵੇਲੇ ਇਕੱਠੇ ਹੋ ਗਏ। ਉੱਥੇ ਕੀ ਹੋਇਆ? ਪ੍ਰਭੂ ਦਾ ਕੀ ਆ ਨਮੂਨਾ ਪੇਸ਼ ਹੋਇਆ ਕਿ ਵਾਕਿਆ ਪ੍ਰਭੂ ਯਿਸੂ ਮਸੀਹ ਦੇ ਨਾਲ ਸਹੀ ਤਰੀਕੇ ਦੇ ਨਾਲ ਉਹਦੇ ਪਿਆਰ ਦਿੱਤੇ, ਆਪਾਂ ਪਿਆਰ ਦੇ ਤੌਰ ਤੇ ਚੱਲਦੇ ਪਏ। ਕਿਉਂਕਿ ਜਿਹੜੇ 10 ਹੁਕਮ ਹੈ ਮੂਸਾ ਦੀ ਸ਼ਰ੍ਹਾ ਤੇ ਯਿਸੂ ਮਸੀਹ ਨੇ ਪੂਰੇ ਕੀਤੇ ਤੇ ਯਿਸੂ ਮਸੀਹ ਨੇ ਆਪਾਂ ਨੂੰ ਕੀ ਇੱਕ ਹੁਕਮ ਦੇ ਦਿੱਤਾ? ਪ੍ਰੇਮ ਦੇਰ ਤੱਕ ਨਹੀਂ, ਇੱਕ ਪ੍ਰੇਮ ਦਾ ਹੁਕਮ ਦੇ ਦਿੱਤਾ ਕਿ ਉਹਦੀ ਆਪਾਂ ਦੇਹ ਦੇ ਵਿੱਚ ਆਪਾਂ ਚੱਲਣ ਦੀ ਲੋੜ। ਕਿਉਂਕਿ ਮੈਂ ਤੁਹਾਨੂੰ ਪਹਿਲਾਂ ਦੱਸ ਦਿੰਦਾ, ਇੱਕ ਸ਼ਬਦ ਆ, ਇੱਕ ਸ਼ਬਦ ਨਾਲ ਯਿਸੂ ਮਸੀਹ ਨੇ ਯਹੋਵਾ ਪਿਤਾ ਪਰਮੇਸ਼ਰ ਨੇ ਸਾਰਾ ਕੁਝ ਤਿਆਰ ਕਰ ਦਿੱਤਾ। ਅਗਲੀ ਹਫ਼ਤੇ ਨਾਲ ਇੱਕੋ ਦੇਹੀ ਅਤੇ ਮਿਲਾਪ ਦੇ ਬੰਧ ਵਿੱਚ ਆਤਮਾ ਦੀ ਏਕਤਾ ਦੀ ਪਾਲਣਾ ਕਰਨ ਦਾ ਯਤਨ ਕਰੋ। ਇੱਕੋ ਦੇਹੀ ਅਤੇ ਇੱਕੋ ਆਤਮਾ ਹੈ, ਜਿਵੇਂ ਤੁਸੀਂ ਵੀ ਆਪਣੇ ਸੱਦੇ ਦੀ ਇੱਕੋ ਆਸ ਵਿੱਚ ਸੱਦੇ ਗਏ। ਹਾਲੇਲੂਇਆ ਹਾਲੇਲੂਇਆ ਹਾਲੇਲੂਇਆ। ਪ੍ਰਭੂ ਦਾ ਵਚਨ ਇੱਥੇ ਕੰਮ ਅਤੇ ਮਿਲਾਪ ਦੇ ਬੰਧ ਵਿੱਚ ਆਤਮਾ ਦੀ ਏਕਤਾ ਦੀ ਪਾਲਣਾ ਕਰਨ ਦਾ ਯਤਨ ਕਰੋ। ਇੱਕ ਦੂਜੇ ਨਾਲ ਕੀ ਆ? ਮਿਲਾਪ ਰੱਖਣ ਦੀ ਤੁਹਾਨੂੰ ਲੋੜ ਹੈ। ਤੁਹਾਨੂੰ ਮਿਲਾਪ ਕਰਨ ਦੀ ਇੱਕ ਦੂਜੇ ਨਾਲ ਯਤਨ ਦੀ ਲੋੜ ਹੈ। ਜੇ ਕਿਸੇ ਇੱਕ ਦੂਜੇ ਨਾਲ ਆਪਾਂ ਨਾਰਾਜ਼ ਹੈਗੇ ਆ ਤੇ ਉਹਨੂੰ ਜੈਮਸੀ ਅੱਗੇ ਹੋ ਕੇ ਬੁਲਾਓ। ਕਿਉਂਕਿ ਜੈਮਸੀ ਦਾ ਮਤਲਬ ਕੀ ਹੁੰਦਾ? ਜੈਮਸੀ ਦਾ ਮਤਲਬ ਕੀ ਹੁੰਦਾ? ਪਰਮੇਸ਼ਰ ਦਾ ਧੰਨਵਾਦ, ਪਰਮੇਸ਼ਰ ਦੀ ਵਡਿਆਈ।
ਪਰਮੇਸ਼ਰ ਨੂੰ ਮੁੰਡਿਆਂ ਬਣਾਉਣਾ। ਕਿਉਂਕਿ ਜਦੋਂ ਆਪਾਂ ਇੱਕ ਦੂਜੇ ਨਾਲ ਨਾਰਾਜ਼ ਹੁੰਦੇ ਆ, ਕਈ ਲੋਕ ਜੈਮਸੀ ਵੀ ਨਹੀਂ ਬੁਲਾ ਕੇ ਰਾਜੀ, ਨਹੀਂ ਨਾ ਬੁਲਾ ਕੇ ਰਾਜੀ ਇੱਕ ਦੂਜੇ ਨੂੰ, ਕਿਉਂਕਿ ਆਪਾਂ ਮੁੱਖ ਮੋੜ ਲੈਂਦੇ ਵੀ ਇਹ ਸਾਡੇ ਨਾਲ ਨਾਰਾਜ਼ ਆ, ਅਸੀਂ ਨਹੀਂ ਜੈਮਸੀ ਨੂੰ। ਪਰ ਪ੍ਰਭੂ ਦਾ ਵਚਨ ਕੀ ਦੱਸਦਾ? ਮਿਲਾਪ ਦੇ ਮਗਰ, ਮਿਲਾਪ ਇੱਥੇ ਲਿਖਿਆ, ਅਤੇ ਮਿਲਾਪ ਦੇ ਬੰਧ ਵਿੱਚ ਆਤਮਾ ਦੀ ਏਕਤਾ ਦੀ ਅਗਵਾਈ ਨਾਲ ਪਾਲਣਾ ਕਰਨ ਦੀ ਲੋੜ ਹੈ। ਇੱਕੋ ਦੇਹੀ ਅਤੇ ਇੱਕੋ ਹੀ ਆਤਮਾ ਹੈ, ਜਿਵੇਂ ਤੁਸੀਂ ਵੀ ਆਪਣੇ ਸੱਦੇ ਹੋਏ ਦੀ ਉਪਵਾਸ ਵਿੱਚ ਸੱਦੇ ਗਏ ਹੋ। ਇੱਕੋ ਹੀ ਦੇਹੀ ਤੇ ਇੱਕੋ ਹੀ ਆਤਮਾ, ਇੱਕੋ ਹੀ ਦੇਹੀ ਇੱਕੋ ਆਤਮਾ ਨਾ ਭੈਣ ਭਾਈਓ ਕਲੀਸਿਆ ਤੁਹਾਨੂੰ ਪੁੱਛ ਰਿਹਾ, ਇੱਕੋ ਦੇਹੀ ਤੇ ਇੱਕੋ ਹੀ ਆਤਮਾ। ਉੱਥੇ ਲਿਖਿਆ ਜਦੋਂ ਆਪਾਂ ਕਰਕੇ ਸਭ ਲਾ ਦਿੰਦੇ ਉੱਥੇ ਬਚਨ ਵਿੱਚ ਨਾ ਇੱਕੋ ਦੇਹੀ ਇੱਕੋ ਆਤਮਾ, ਇੱਕੋ ਸਭਨਾਂ ਦੇ ਵਿੱਚ ਤੇ ਇੱਕੋ ਸਭਨਾਂ ਦੇ ਅੰਦਰ। ਇੱਥੇ ਲਿਖਿਆ ਇੱਕੋ ਦੇਹੀ ਇੱਕੋ ਹੀ ਆਤਮਾ, ਜਿਵੇਂ ਤੁਸੀਂ ਆਪਣੇ ਸੱਦੇ ਹੋਏ ਦੀ ਉਪਵਾਸ ਵਿੱਚ ਸੱਦੇ ਗਏ। ਕਿਹਦੇ ਸੱਦੇ ਦੀ ਆਸ ਵਿੱਚ ਸੱਦੇ ਗਏ ਆਪਾਂ? ਪਰਮੇਸ਼ਰ। ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਾ ਕਿ ਮੈਂ ਨਹੀਂ ਤੁਹਾਨੂੰ ਸੱਦਿਆ, ਤੁਸੀਂ ਪ੍ਰਭੂ ਦੀ ਪਾਸ ਵਿੱਚ ਜੁੜੇ ਨੇ, ਤੁਹਾਨੂੰ ਇੱਥੇ ਲੈ ਕੇ ਆਉਂਦਾ। ਪ੍ਰਭੂ ਦੇ ਬੱਚੇ 'ਚ ਲਿਖਿਆ ਮੇਰਾ 2 ਕਦਮ ਆ ਤੇ ਮੈਂ ਤੇਰਾ 4 ਚੱਲਾਂਗਾ। ਬਾਕੀ ਭੈਣ ਭਾਈ ਪ੍ਰਭੂ 4 ਕਦਮ ਜਾਂਦੇ ਆ। ਜੇ ਆਪਾਂ ਵਫਾਦਾਰੀ ਪ੍ਰਭੂ ਦੇ ਨਾਲ ਚੱਲਦੇ ਪਏ, ਜੇ ਆਪਾਂ ਪ੍ਰਭੂ ਦੇ ਹੁਕਮਾਂ ਦੇ ਨਾਲ ਚੱਲਦੇ ਪਏ ਹਾਂ। ਮਰਕਸ ਦੇ ਵਿੱਚ ਕੀ ਲਿਖਿਆ? ਬੁੱਲਾਂ ਨਾਲ ਮੇਰਾ ਆਦਰ ਕਰਦੇ ਦਿਲ ਮੇਥੋਂ, ਕਿਉਂਕਿ ਆਪਾਂ ਪ੍ਰਭੂ ਦੇ ਹੁਕਮਾਂ ਦੇ ਨਾਲ ਕਰਨ ਦੀ ਲੋੜ ਹੈ। ਆਦਰ ਆਪਾਂ ਧੰਨਵਾਦ ਕਰੀ ਜਾਂਦੇ ਹਾਂ, ਪਰ ਨਾਲ ਹੀ ਆਪਾਂ ਕਿਸੇ ਦਾ ਮਾੜਾ ਸੋਚੀ ਜਾਂਦੇ। ਜਦੋਂ ਕੋਈ ਭੈਣ ਭਾਈ ਪ੍ਰਾਰਥਨਾ ਬੈਠਾ, ਪਹਿਲੀ ਗੱਲ ਤੇ ਉਹਦੇ ਮਨ ਦੇ ਵਿੱਚ ਵਿਚਾਰ ਹੀ ਇੰਨੇ ਆ ਜਾਂਦੇ ਆ, ਕੋਈ ਹੱਦ ਹੀ ਨਹੀਂ। ਜੇ ਆਪਾਂ 2.5 ਘੰਟੇ ਪ੍ਰਾਰਥਨਾ ਬੈਠਦੇ ਆ ਤੇ 2.5 ਘੰਟਿਆਂ ਦੇ ਵਿੱਚ ਉਹ ਇੰਨੀਆਂ ਜਗ੍ਹਾ ਤੋਂ ਘੁੰਮ ਆਉਂਦਾ, ਇੰਨੀਆਂ ਜਗ੍ਹਾ ਤੋਂ ਘੁੰਮ ਆਉਂਦਾ, ਕਿਸੇ ਦੇ ਵੱਲੋਂ ਮਾੜਾ ਵੀ ਸੋਚ ਲੈਂਦਾ ਕਿ ਆਪਣੇ ਕਿਸੇ ਦੇ ਵੱਲ ਟੂਰਿਸਟ ਵੀਜ਼ਾ ਵੀ ਲੱਗ ਜਾਂਦਾ, ਕਈਆਂ ਦਾ ਕੁਛ ਲੱਗ ਜਾਂਦਾ, ਕਈਆਂ ਦਾ ਕੁਛ। ਕਿਉਂਕਿ ਜਿਹੜੇ ਇਹ ਸ਼ੈਤਾਨ ਇੱਕ ਭਰਮਾਉਣ ਵਾਲੀ ਰੂਹ ਹੁੰਦਾ, ਉਹ ਜਦੋਂ ਦੇ ਪ੍ਰਾਰਥਨਾ ਬੈਠਦੇ ਨੇ ਉਹ ਤੁਹਾਨੂੰ ਐਸੇ ਚੱਕਰਾਂ ਵਿੱਚ ਪਾ ਦਿੰਦਾ, ਕਿਉਂਕਿ ਹਰ ਜਗ੍ਹਾ ਤੇ ਤੁਹਾਨੂੰ ਉਹ ਕਮਾਈ ਫਿਰਦਾ, ਹਰ ਜਗ੍ਹਾ ਤੇ ਕਮਾਈ ਫਿਰਦਾ। ਤੇ ਤੁਸੀਂ 2.5 ਘੰਟੇ ਕਹਿਣਾ ਕਿ ਜਦੋਂ ਉੱਠਣਾ ਇੱਕ ਬੱਲੇ ਬੱਲੇ ਆਪਾਂ 2.5 ਘੰਟੇ ਅੱਜ ਪ੍ਰਾਰਥਨਾ ਆਪਾਂ ਕਰ ਲਈ। ਪਰ ਤੁਸੀਂ ਵੇਖ ਲਓ ਮਹਾਂ ਤੁਹਾਡੀ 10 ਮਿੰਟ ਦੀ, ਜੇ ਤੁਸੀਂ ਸਾਰਾ ਸੋਚ ਵਿਚਾਰ ਕਰੋਗੇ ਤਾਂ ਮਹਾਂ ਤੁਹਾਡੀ 10 ਮਿੰਟ ਪ੍ਰਾਰਥਨਾ ਹੀ ਹੋਈ ਹੈ। ਕਿਉਂਕਿ ਜਿਹੜੇ ਆਪਾਂ 2.5 ਘੰਟੇ 2 ਘੰਟੇ 20 ਮਿੰਟ ਤੇ ਆਪਾਂ ਚੱਕਰਾਂ ਦੇ ਵਿੱਚ ਹੀ ਕਰਦੇ ਰਹੇ, ਕਿਉਂਕਿ ਆਪਣੇ ਮਨ ਦੇ ਜਿਹੜੇ ਵਿਚਾਰ ਆ ਉਹ ਕਦੀ ਕਿਤੇ ਘੁੰਮਦੇ ਰਹਿੰਦੇ। ਪਰ ਜਦੋਂ ਭੈਣ ਭਾਈ ਪ੍ਰਾਰਥਨਾ 'ਚ ਬਹਿਣਾ, ਆਪਣੇ ਆਪ ਨੂੰ ਸ਼ੁੱਧ ਕਰਕੇ ਬਹਿਣਾ, ਮਨ ਦੇ ਵਿੱਚ ਬੁਰੇ ਵਿਚਾਰ ਨਹੀਂ ਲਿਆਉਣੇ, ਕਿਉਂਕਿ ਸ਼ੈਤਾਨ ਕੀ ਆ ਉਹ ਲਿਆਉਂਦਾ ਬਦੋ ਬਦੀ ਤੁਹਾਡੇ ਮਨ 'ਚ ਆਉਂਦੇ। ਔਰ ਜਦੋਂ ਆਪਾਂ ਉਹਨਾਂ ਨੂੰ ਕੀ ਆਪਾਂ ਜਦੋਂ ਪ੍ਰਾਰਥਨਾ 'ਤੇ ਬਹਿਣਾ 3 ਵਾਰੀ ਦੁਸ਼ਟ ਆਤਮਾ ਨੂੰ ਬਣਨਾ, 3 ਵਾਰੀ ਦੁਸ਼ਟ ਆਤਮਾ 29, 18 ਬਣ ਕੇ ਬਹਿਣਾ। ਕਿਉਂਕਿ ਜਦੋਂ ਆਪਾਂ ਬੰਨ ਕੇ ਪਾਵਾਂਗੇ ਤੇ ਸ਼ੈਤਾਨ ਨੂੰ ਤੁਹਾਨੂੰ ਪਰੇਸ਼ਾਨ ਨਹੀਂ ਕਰਨਾ। ਜਿੰਨਾ ਤੁਹਾਨੂੰ ਮੌਦਰੇ ਵਿੱਚ ਦੱਸਿਆ ਤੁਹਾਡੇ ਮਗਰ 2 ਸਵਰਗਦੂਤ ਖੜੇ ਰਹਿੰਦੇ, ਜਿੰਨਾ ਚਿਰ ਤੁਸੀਂ ਪ੍ਰਾਰਥਨਾ ਕਰਦੇ ਰਹੋਗੇ। ਜਦੋਂ ਤੁਸੀਂ ਆਮੀਨ ਬੋਲੋਗੇ, ਭਾਵੇਂ ਸਵੇਰ ਤੋਂ ਲੈ ਸਵੇਰੇ ਬਹਿ ਜਾਓ, ਭਾਵੇਂ ਰਾਤ ਬਹਿ ਜਾਓ, ਤੁਹਾਡੇ ਮਗਰ 2 ਭੈਣ ਭਾਈ ਸਵਰਗਦੂਤ ਹੋਣਗੇ। ਉਹ ਜਿੰਨਾ ਉਹਨਾਂ ਚਿਰ ਤੁਹਾਡੇ ਮਗਰੋਂ ਨਹੀਂ ਜਾਣਗੇ ਜਿੰਨਾ ਚਿਰ ਤੁਸੀਂ ਆਮੀਨ ਨਹੀਂ ਬੋਲੋਗੇ। ਕਿਉਂਕਿ ਜਿੰਨਾ ਚਿਰ ਤੁਸੀਂ ਆਮੀਨ ਨਹੀਂ ਜਦੋਂ ਤੁਸੀਂ ਆਮੀਨ ਬੋਲੋਗੇ ਸਵਰਗਦੂਤ ਉੱਥੇ ਸ਼ੈਤਾਨ ਦੀ ਕੋਈ ਵੀ ਤਾਕਤ ਤੁਹਾਡਾ ਨਾਸ਼ ਨਹੀਂ ਕਰ ਸਕਦੀ। ਕਿਉਂ ਬਾਰ-ਬਾਰ ਅਟੈਕ ਕਰਦਾ ਤੁਹਾਡਾ? ਕਿਉਂਕਿ ਬਾਰ-ਬਾਰ ਕਿਉਂ ਸ਼ੈਤਾਨ ਅਟੈਕ ਕਰ ਰਿਹਾ ਤੁਹਾਡੇ ਤੇ? ਇਸ ਕਰਕੇ ਕਿ ਤੁਹਾਡੀ ਨਾ ਪ੍ਰਾਰਥਨਾ ਹੈਗੀ ਆ, ਨਾ ਵਚਨ ਹੈਗਾ, ਨਾ ਪ੍ਰਭੂ ਦੇ ਨਾਲ ਪਰਸਰੀ ਰਿਸ਼ਤਾ ਹੈ। ਪ੍ਰਭੂ ਦੇ ਬੱਚੇ ਯਹੂਨਾ ਦੀ 15 ਵਿੱਚ ਕੀ ਲਿਖਿਆ? ਤੁਸੀਂ ਮੇਰੇ ਵਿੱਚ ਤੇ ਮੈਂ ਤੁਹਾਡੇ ਵਿੱਚ। ਤੁਹਾਡੇ ਵਿੱਚ ਤਾਜ਼ੀ ਹੋ ਸਕਦਾ ਪਰਮੇਸ਼ਰ ਜੇ ਤੁਸੀਂ ਉਹਦੀ ਦੇਹੀ ਦੇ ਨਾਲ ਏਕਤਾ ਹੋ ਕੇ ਪ੍ਰਭੂ ਦੇ ਵਚਨ ਦੇ ਵਿੱਚ ਬੰਦ, ਉਹਦੇ ਵਿੱਚ ਆਤਮਾ ਦੇ ਮਿਲਾਪ ਨਾਲ ਚੱਲੋਗੇ। ਜੇ ਤੁਸੀਂ ਆਤਮਾ ਦੇ ਮਿਲਾਪ ਨਾਲ ਚੱਲੋਗੇ, ਕਿਉਂਕਿ ਪਵਿੱਤਰ ਆਤਮਾ ਤੁਹਾਨੂੰ ਸਹੀ ਗਲਤ ਦੀ ਪਹਿਚਾਣ ਕਰਾਉਂਦਾ ਕਿ ਕੌਣ ਗਲਤ ਆ ਕੌਣ ਸਹੀ ਹੈ। ਕਿਉਂਕਿ ਇਸ ਪ੍ਰਭੂ ਦੇ ਵਚਨ ਤੁਸੀਂ ਬਣੇ ਰਹੋਗੇ। ਪ੍ਰਭੂ ਦਾ ਵਚਨ ਤੁਹਾਨੂੰ ਨਿਤ ਘਰ ਪੜ੍ਹਨ ਦੀ ਲੋੜ ਹੈ। ਤੁਹਾਨੂੰ ਮੇਰਾ ਖਾਸ ਕਰਕੇ ਉਹ ਮਹਿਸੂਸ ਹੁੰਦਾ ਕਿ ਆਪਣੇ ਘਰ ਸਭ ਭੈਣ ਭਾਈ ਵਚਨ ਬੋਲਿਆ ਕਰੋ। ਜ਼ਬੂਰ 91, ਜ਼ਬੂਰ 51, ਇਹ ਤਾਂ ਤੁਹਾਨੂੰ ਮੈਂ ਛਾਪ ਕੇ ਵੀ ਦਿੱਤੇ ਨਾ। ਜ਼ਬੂਰ 91, ਜ਼ਬੂਰ 51, ਜ਼ਬੂਰ 23, 121, 123 ਇਹ ਜ਼ਬੂਰ ਤੁਹਾਡੇ ਘਰ ਪੜ੍ਹਨੇ ਬਹੁਤ ਜ਼ਰੂਰੀ ਹੈ। ਕਿਉਂਕਿ ਜਦੋਂ ਜ਼ਬੂਰ 51, ਕਿਉਂਕਿ ਦਾਊਦ ਬਾਦਸ਼ਾਹ ਨੇ ਗਲਤੀ ਕੀਤੀ, ਮਾਫੀ ਮੰਗੀ, ਤੋਬਾ ਦਾ ਜ਼ਬੂਰ ਹੈ। ਜ਼ਬੂਰ 91 ਤੁਹਾਡੇ ਘਰ ਜਿਹੜੇ ਘਰ ਬੰਧਨ ਨਹੀਂ ਟੁੱਟ ਰਹੇ, ਜ਼ਬੂਰ 91 ਬਾਰ-ਬਾਰ ਪੜ੍ਹਨ ਦੀ ਤੁਹਾਨੂੰ ਲੋੜ ਹੈ। 7 ਵਾਰੀ ਪੜ੍ਹੋ, ਜਿੰਨੀ ਵਾਰ ਤੁਹਾਡੇ ਕੋਲ ਟਾਈਮ ਨਾਲ 14 ਵਾਰੀ ਪੜ੍ਹੋ, 21 ਵਾਰੀ ਪੜ੍ਹੋ, ਕਿਉਂਕਿ ਪ੍ਰਭੂ ਦਾ ਵਚਨ ਹੈ ਤੁਹਾਨੂੰ ਭੈਣ ਭਾਈ ਯਾਦ ਕਰਨਾ। ਕਿਉਂਕਿ ਪਾਸਟਰ ਇੱਕ ਸਿੱਖਿਆ ਦੇ ਸਕਦਾ, ਪਰ ਵਚਨ ਤੁਸੀਂ ਆਪ ਘਰ ਪੜ੍ਹਨਾ, ਮਿਹਨਤ ਤੁਹਾਨੂੰ ਆਪਣੀ ਹੀ ਘਰ ਜਾ ਕੇ ਕਰਨੀ ਪੈਣੀ ਹੈ। ਕਿਉਂਕਿ ਵਟਸਐਪ ਤੇ ਚੱਲ ਵਟਸਐਪ ਦਵਾਦਾ ਵੇਖੀ ਜਾਂਦੇ, ਪਤਾ ਨਹੀਂ ਉਹਦੇ ਵਿੱਚੋਂ ਕੀ ਲੱਭਦੇ ਤੁਸੀਂ। ਜਦੋਂ ਆਪਾਂ ਦਵਾਦਾ ਘਰ ਜਾ ਕੇ ਵਟਸਐਪ, ਜਦੋਂ ਮੈਂ ਤੁਹਾਨੂੰ ਲੱਗਿਆ ਦੱਸਿਆ ਸਵੇਰੇ ਸੁੱਤੇ ਉੱਠਦੇ ਆ ਲੋਕੀ 4 ਵਜੇ ਕੀ ਕਰਦੇ ਆ, ਵਟਸਐਪ ਤੇ ਚੈੱਕ ਕਰਦੇ ਤੁਹਾਨੂੰ ਕੋਈ ਮੈਸੇਜ ਨਹੀਂ ਆਇਆ। ਇਹ ਨਹੀਂ ਵੇਖਣਾ ਪ੍ਰਭੂ ਦਾ ਵਚਨ ਨਹੀਂ ਕੋਈ ਆਇਆ, ਵੇਖਣਾ ਪ੍ਰਭੂ ਦਾ ਮੈਸੇਜ ਨਹੀਂ ਕੋਈ ਆਇਆ। ਫਿਰ ਫੇਸਬੁੱਕ ਖੋਲਣਗੇ, ਫੇਸਬੁੱਕ ਤੇ ਵੇਖਣਗੇ
ਉਹਦਾ ਕੋਈ ਆਇਆ ਨਹੀਂ ਮੈਸੇਜ ਨਹੀਂ ਆਇਆ ਕੋਈ ਗਲਤ, ਫਿਰ ਉਹਦੇ ਵੱਲ ਝੱਟ ਧਿਆਨ ਚਾਹੂਗਾ ਜਿਹੜਾ ਕੋਈ ਆਇਆ ਹੋਊਗਾ। ਪਰ ਪ੍ਰਭੂ ਦੇ ਵਚਨ ਵੱਲ ਭੈਣ ਭਰਾ ਤੁਹਾਡਾ ਧਿਆਨ ਨਹੀਂ ਜਾਊਗਾ। ਮੈਂ ਅੱਜ ਸਵੇਰੇ ਉੱਠਿਆ ਤੇ ਮੈਨੂੰ ਇੱਕੋ ਕਾਲ ਆਈ ਜੂਸੇ ਦੀ, ਉਹਦੀ 4 ਵਜੇ ਕਾਲ ਆਈ। ਇਸ ਕਰਕੇ ਭੈਣ ਭਾਈਓ ਪ੍ਰਭੂ ਦੇ ਵਚਨ 'ਚ ਸਵੇਰੇ ਸੁੱਤੇ ਉੱਠਦਿਆਂ ਸਾਰੇ ਆਪਣੇ ਬਿਸਤਰੇ ਦੇ ਉੱਤੇ 5 ਮਿੰਟ ਪ੍ਰਭੂ ਦਾ ਧੰਨਵਾਦ ਕਰੋ ਕਿ ਤੁਸੀਂ ਅੱਜ ਦਾ ਦਿਨ ਦਿਖਾਇਆ। ਪ੍ਰਭੂ ਮੈਂ ਤੁਹਾਡੇ ਨਾਮ ਦੇ ਵਿੱਚ ਬਲੈਸ ਹਾਂ, ਕਿਉਂਕਿ ਤੁਹਾਡਾ ਦਿਨ ਵਧੀਆ ਔਰ ਸਹੀ ਹੋਊਗਾ। ਸ਼ੈਤਾਨ ਤੁਹਾਡੇ ਤੇ ਕਦੀ ਅਟੈਕ ਨਹੀਂ ਕਰੂਗਾ। ਫਿਰ ਆਪਾਂ ਬੁਰਸ਼ ਬਸ਼ ਕਰਕੇ ਫਰੈਸ਼ ਹੋ ਕੇ 15-20 ਮਿੰਟ ਜਿੰਨਾ ਤੁਹਾਡੇ ਕੋਲ ਟਾਈਮ ਫਿਰ ਸਵੇਰੇ ਕਰੋ। ਫਿਰ ਜੇ ਤੁਸੀਂ ਫਾਸਟਿੰਗ ਦੇ ਵਿੱਚ ਜੇ ਫਾਸਟਿੰਗ ਵਿੱਚ ਆਪਾਂ ਕੰਮ ਕਰਦਾ ਘੰਟਾ ਕਰਕੇ ਫਿਰ ਪ੍ਰਭੂ ਦੇ ਹਜ਼ੂਰ ਵਿੱਚ ਬਹਿ ਜਾਓ। ਕਿਉਂਕਿ ਜੇ ਜਿੰਨਾ ਭੈਣ ਭਾਈਆਂ ਕੋਲ ਨਹੀਂ ਫਾਸਟ ਰੱਖਿਆ ਜਾਂਦਾ, ਕਈਆਂ ਕੋਲ ਨਹੀਂ, ਕਈ ਕਹਿੰਦੇ ਅਸੀਂ ਦਵਾਈ ਖਾ ਰਹੇ ਹਾਂ, ਕਈ ਉਹ ਖਾ ਰਹੇ, ਕਈ 12 ਵਜੇ ਤੱਕ ਰੱਖੋ, 1 ਵਜੇ ਤੱਕ ਰੱਖੋ, 2 ਵਜੇ ਤੱਕ ਰੱਖੋ। ਉਹਦੀ ਹੋਰ ਜਿੱਦਾਂ ਅੱਜ 12 ਵਜੇ ਤੱਕ ਰੱਖਿਆ, ਫਿਰ 12:30 ਵਜੇ ਤੱਕ ਰੱਖੋ, ਫਿਰ 1 ਵਜੇ ਤੱਕ ਉਹਦੀ ਅੱਧਾ ਘੰਟਾ ਰਿਪੀਟ ਵਧਾਉਣੀ ਸ਼ੁਰੂ ਕਰ ਦਿਓ। ਜਿਹੜੇ ਭੈਣ ਭਾਈ ਪ੍ਰਾਰਥਨਾ ਨਹੀਂ ਕਰ ਰਹੇ, ਜਿਹੜੇ ਭੈਣ ਭਾਈ ਉਹਨਾਂ ਵਾਸਤੇ ਖਾਸ ਮੈਂ ਜੋ ਪ੍ਰਾਰਥਨਾ ਕਰਨੀ ਸ਼ੁਰੂ ਕਰ ਦਿੰਦੀ। ਮੈਂ ਪਿਛਲੇ ਸੋਮਵਾਰ ਬੰਦਗੀ ਦੇ ਵਿੱਚ ਆਖਿਆ ਹੈ ਵੀ ਜਿਹੜੇ ਨਸ਼ਿਆਂ ਵਾਲੇ ਆਜ਼ਾਦ ਹੋ ਰਹੇ, ਜਿਨ੍ਹਾਂ ਦੇ ਭੈਣ ਭਾਈ, ਜਿਨ੍ਹਾਂ ਦੇ ਕੋਈ ਬਜ਼ੁਰਗ ਨਸ਼ਾ ਕਰ ਰਹੇ ਆ, ਉਹ ਅਗਸਤ ਮਹੀਨੇ ਦੇ ਵਿੱਚ ਆਜ਼ਾਦ ਹੋ ਰਹੇ ਆ। ਉਹ 3 ਫਾਸਟਿੰਗ ਔਰ 2 ਘੰਟੇ ਪ੍ਰਾਰਥਨਾ ਸ਼ੁਰੂ ਕੀਤੀ ਕਿਸੇ ਨੇ। ਤਿੰਨ ਹੱਥ ਖੜੇ ਹੋਏ, ਹੋਰ ਨਹੀਂ ਕਿਸੇ ਕੀਤੀ ਸ਼ੁਰੂ। ਹੋਰ ਕਿਸੇ ਦਾ ਭੈਣ ਭਾਈ ਕੋਈ ਨਸ਼ਾ ਨਹੀਂ ਕਰਦਾ, ਹੋਰ ਕਿਸੇ ਦਾ ਭੈਣ ਭਾਈ ਕੋਈ ਨਸ਼ਾ ਨਹੀਂ ਕਰਦਾ। ਤੇ ਫਿਰ ਪ੍ਰਾਰਥਨਾ ਭਾਈ ਪ੍ਰਾਰਥਨਾ ਕਿਆ ਸ਼ੁਰੂ ਕਰੋ। ਕਿਉਂਕਿ ਦੇਖੋ ਭੈਣ ਭਾਈਓ, ਤੁਹਾਨੂੰ ਪ੍ਰਾਰਥਨਾ ਕਰਨ ਦੀ ਜੋ ਕਿ ਪਵਿੱਤਰ ਆਤਮਾ ਦੇ ਨਾਲ ਪ੍ਰਭੂ ਦੀ ਆਵਾਜ਼, ਜੋ ਵੀ ਆਵਾਜ਼ ਆਈ ਮੈਂ ਉਸ ਵੇਲੇ ਤੁਹਾਨੂੰ ਦੱਸਿਆ, ਕਿਉਂਕਿ ਤੁਹਾਨੂੰ ਪ੍ਰਾਰਥਨਾ ਕਰਨ ਦੀ ਲੋੜ ਹੈ। ਅਗਲਾ ਵਚਨ ਪੜ੍ਹਾਂਗੇ। ਇੱਕੋ ਪ੍ਰਭੂ, ਇੱਕੋ ਨਿਰਚਾ, ਇੱਕੋ ਬਪਤਿਸਮਾ ਹੈ, ਇੱਕੋ ਪਰਮੇਸ਼ਵਰ ਅਤੇ ਪਿਤਾ ਸਭਨਾਂ ਦਾ ਹੈ, ਜਿਹੜਾ ਸਭਨਾਂ ਦੇ ਉੱਤੇ, ਸਭਨਾਂ ਦੇ ਵਿੱਚ ਅਤੇ ਸਭਨਾਂ ਦੇ ਅੰਦਰ ਹੈ। ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਪ੍ਰਭੂ ਦਾ ਵਚਨ ਵਿੱਚ ਆਪਾਂ ਕੀ ਹੈ? ਇੱਕੋ ਹੀ ਪ੍ਰਭੂ, ਇੱਕੋ ਹੀ ਪ੍ਰਭੂ ਹੈ ਨਾ। ਪ੍ਰਭੂ ਦੇ ਵਚਨ 'ਚ ਲਿਖਿਆ, ਉਸਤਾਦ ਭਾਵੇਂ ਤੁਹਾਡੇ 1000 ਹੋਣ, ਪਰ ਪਿਤਾ ਤੁਹਾਡਾ ਇੱਕੋ ਹੀ ਹੈ। ਇੱਕੋ ਹੀ ਪ੍ਰਭੂ, ਇੱਕੋ ਹੀ ਨਿਸ਼ਠਾ ਤੇ ਇੱਕੋ ਹੀ ਤੁਹਾਡਾ ਬਪਤਿਸਮਾ। ਇੱਕੋ ਹੀ ਬਪਤਿਸਮਾ ਹੁੰਦਾ ਨਾ। ਇੱਥੇ ਆਪਾਂ ਫਿਰ 2 ਕਰਾ ਲੈਣੇ ਕਈ, ਆਪਾਂ 2 ਕਿਉਂ ਕਰਾ ਲੈਣੇ ਕਈ? ਜਦੋਂ ਪਾਸਟਰ ਆਪਾਂ ਬਦਲਦੇ ਆ, ਜਾਂ ਤਾਂ ਫਿਰ ਆਪਾਂ ਜਾ ਕੇ ਝੂਠ ਬੋਲ ਦਿੰਦੇ ਆ ਕਿ ਸਾਡਾ ਬਪਤਿਸਮਾ ਨਹੀਂ ਹੋਇਆ, ਤੇ ਜਾਂ ਫਿਰ ਪਾਸਟਰ ਧੱਕੇ ਨਾਲ ਦੇ ਦਿੰਦੇ ਆ। ਉਹੀ ਹੋ ਗਿਆ ਨਾ। ਪ੍ਰਭੂ ਦੇ ਬਚਨ ਕੀ ਦੱਸ ਰਿਹਾ? ਅਫਸੀਆਂ 4:5 ਵਿੱਚ ਕਹਿੰਦਾ, ਇੱਕੋ ਹੀ ਪ੍ਰਭੂ, ਇੱਕੋ ਹੀ ਨਿਸ਼ਠਾ ਤੇ ਇੱਕੋ ਤੁਹਾਡਾ ਬਪਤਿਸਮਾ। ਤੇ ਫਿਰ ਆਪਾਂ 2 ਬਪਤਿਸਮੇ ਕਿਉਂ ਲੈ ਰਹੇ ਆ? ਇੱਕ ਭੈਣ ਨਾਲ ਗਏ, ਉਹਨੇ 3 ਵੀ ਲਏ ਸੀ। ਫਿਰ ਆਪਾਂ ਪ੍ਰਭੂ ਨੂੰ ਧੋਖਾ ਦੇ ਰਹੇ ਹਾਂ ਕਿ ਜਾਂ ਪਾਸਟਰ ਨੂੰ ਧੋਖਾ ਦੇ ਰਹੇ ਹਾਂ? ਭੈਣ ਭਾਈਓ, ਪ੍ਰਭੂ ਦੀ ਕਲੀਸਿਆ, ਆਪਾਂ ਪਰਮੇਸ਼ਰ ਨੂੰ ਧੋਖਾ ਦੇ ਰਹੇ ਹਾਂ ਕਿ ਪਾਸਟਰ ਨੂੰ ਧੋਖਾ ਦੇ ਰਹੇ ਹਾਂ? ਪਾਸਟਰ ਨੂੰ ਤਾਂ ਤੁਸੀਂ ਧੋਖਾ ਦੇ ਦੋਗੇ, ਪਰ ਪਰਮੇਸ਼ਰ ਨੂੰ ਕੌਣ ਦਊਗਾ ਧੋਖਾ? ਜਿਹੜਾ ਦਿਲਾਂ ਦੇ ਗੁਰਦਿਆਂ ਨੂੰ ਜਾਚਣ ਵਾਲਾ ਪਰਮੇਸ਼ਰ ਹੈ। ਜਾਚਣ ਵਾਲਾ ਪਰਮੇਸ਼ਰ ਨਹੀਂ। ਇੱਥੇ ਆਪਾਂ ਜਦੋਂ ਇਹਦਾ ਮਤਲਬ ਪਾਸਟਰ ਆਪਣੇ ਚਰਚਾ ਭਰਨ ਕਰਕੇ ਦੂਜਾ ਬਪਤਿਸਮਾ ਦੇ ਦਿੰਦੇ ਆ, ਜਾਂ ਉਹਨੂੰ ਕੋਈ ਡਰਾਵੇ ਦੇ ਨਾਲ ਦੇ ਦਿੰਦੇ ਦੂਜਾ ਬਪਤਿਸਮਾ। ਤੇ ਜੇ ਤੂੰ ਉੱਥੋਂ ਨਹੀਂ ਠੀਕ ਹੋਈ ਤੇ ਤੂੰ ਦੂਜਾ ਬਪਤਿਸਮਾ ਲੈਂਗੀ, ਤੂੰ ਠੀਕ ਹੋ ਜਾਏਗੀ। ਜੇ ਤੁਹਾਡੀ ਨਿਸ਼ਚਾ ਨਹੀਂ ਹੈਗਾ ਤੇ ਪਾਸਟਰ ਉੱਥੇ ਕੀ ਕਰ ਲੂਗਾ? ਕਰ ਸਕਦਾ ਉੱਥੇ ਕੁਛ? ਤੇ ਬਚਾਉਣਾ ਤੁਹਾਨੂੰ ਕਿੰਨੇ ਆ? ਤੇ ਫਿਰ ਦੂਜਾ ਆਪਾਂ ਬਪਤਿਸਮਾ, ਜੇ ਪ੍ਰਭੂ ਦਾ ਬਚਨ, ਆਪਾਂ ਬਚਨ ਤੋਂ ਉਲਟ ਚੱਲਦੇ ਪਏ ਆ। ਜਾਂ ਆਪਾਂ ਜਿੰਨੇ ਭੈਣ ਜਾਂ ਕਿਸੇ ਭਾਈ ਨੇ ਜਾ ਕੇ ਨਹੀਂ ਦੱਸਿਆ ਪਾਸਟਰ ਨੂੰ, ਜਾਂ ਤਾਂ ਉਹ ਗਲਤ ਚੱਲਦਾ ਪਿਆ ਤੇ ਜਾਂ ਫਿਰ ਪਾਸਟਰ ਗਲਤ ਚੱਲਦਾ ਪਿਆ। ਇਹਨਾਂ ਮਤਲਬ ਦੋਵੇਂ ਫਿਰ ਆਪਾਂ ਬਚਨ ਨੂੰ ਨਹੀਂ ਨਾ ਜਾਣਦੇ। ਬਚਨ ਨੂੰ ਆਪਾਂ ਰੱਦ ਕਰਦੇ ਪਏ ਨਾ, ਆਪਾਂ ਬਚਨ ਨੂੰ ਰੱਦ ਕਰਦੇ ਪਏ ਨਾ। ਤੇ ਬਚਨ ਦੇ ਵਿੱਚ ਕੀ ਲਿਖਿਆ? ਇੱਕੋ ਹੀ ਬਪਤਿਸਮਾ। ਤੇ ਆਪਾਂ ਫਿਰ 2-3 ਕਿਉਂ ਲੈਂਦੇ? ਕਿਉਂਕਿ ਜਦੋਂ ਆਪਾਂ ਬਪਤਿਸਮਾ ਲੈ ਲੈਂਦੇ, ਆਪਣੇ ਪਾਪਾਂ ਦਾ ਇਕਰਾਰ ਹੋ ਸਕਦਾ, ਪਰ ਬਪਤਿਸਮਾ ਭੈਣ ਭਾਈ ਦੂਰੀ ਨਾਲ ਨਹੀਂ ਲੈ ਸਕਦਾ। ਪ੍ਰਭੂ ਦੇ ਵਚਨ 'ਚ ਲਿਖਿਆ, ਇੱਕੋ ਹੀ ਤੁਹਾਡਾ ਬਪਤਿਸਮਾ ਹੋਣਾ ਚਾਹੀਦਾ। ਆਪਣੇ ਪਾਪਾਂ ਦਾ ਇਕਰਾਰ ਆਪਾਂ ਕਰ ਸਕਦੇ ਜੇ ਆਪਾਂ ਬਾਰ-ਬਾਰ ਗਲਤੀ ਕਰਦੇ ਹਾਂ। ਪਰ ਇਹਨਾਂ ਗਲਤੀਆਂ ਨੂੰ ਤੁਹਾਨੂੰ ਪ੍ਰਭੂ ਦੇ ਵਚਨ 'ਚ ਲਿਖਿਆ, ਸ਼ੈਤਾਨ ਹੱਥੋਂ ਮੈਂ ਤੁਹਾਨੂੰ ਬਚਾ ਲਿਆ ਤੇ ਮੇਰੇ ਹੱਥੋਂ ਤੁਹਾਨੂੰ ਕੌਣ ਬਚਾਏਗਾ? ਭੈਣ ਭਾਈਓ, ਉਸ ਵੇਲੇ ਤੁਹਾਨੂੰ ਪ੍ਰਭੂ ਦਾ ਦਾਸ ਵੀ ਨਹੀਂ ਬਚਾ ਸਕਦਾ। ਇਸ ਕਰਕੇ ਆਪਣੀ ਦੇਹੀ ਤੇ ਕੰਟਰੋਲ ਕਰਕੇ
ਮਸੀਹ ਦੀ ਦੇਹ ਵਿੱਚ ਏਕਤਾ ਦੇ ਵਿੱਚ ਰਹਿਣ ਦੀ ਤੁਹਾਨੂੰ ਲੋੜ ਹੈ, ਜਿਹੜੇ ਵਚਨ ਦੇ ਕਰਕੇ ਉਹਦੇ ਕੈਦੀ ਬਣ ਕੇ ਤੁਸੀਂ ਆਏ, ਕਿਉਂਕਿ ਵਚਨ ਦੇ ਕੈਦੀ ਬਣ ਕੇ ਰਹਿਣਾ, ਵਚਨ ਦੇ ਮੁਤਾਬਕ ਚੱਲੋਗੇ ਤੇ ਤੁਹਾਡਾ ਜੀਵਨ ਆਪੇ ਸਵਾਰਿਆ ਜਾਵੇਗਾ। ਇੱਥੇ ਲਿਖਿਆ ਇੱਕੋ ਪਰਮੇਸ਼ਰ ਅਤੇ ਪਿਤਾ ਸਭਨਾਂ ਦਾ ਹੈ, ਜਿਹੜਾ ਸਭਨਾਂ ਦੇ ਉੱਤੇ, ਸਭਨਾਂ ਦੇ ਵਿੱਚ ਅਤੇ ਸਭਨਾਂ ਦੇ ਅੰਦਰ ਹੈ। ਇੱਕੋ ਪਰਮੇਸ਼ਰ ਨਾਲ ਇੱਥੇ ਲਿਖਿਆ ਆਪਾਂ ਨੂੰ, ਇੱਕੋ ਹੀ ਪਰਮੇਸ਼ਰ ਹੈ ਤੇ ਪਿਤਾ ਸਭਨਾਂ ਦਾ ਇੱਕ ਹੀ ਹੈ, ਸਭਨਾਂ ਦੇ ਵਿੱਚ ਤੇ ਸਭਨਾਂ ਦੇ ਅੰਦਰ। ਇੱਥੇ ਕਿ ਦੱਸਿਆ ਬਪਤਿਸਮਾ ਵੀ ਕੋਈ, ਪ੍ਰਭੂ ਵੀ ਕੋਈ, ਨਿਸ਼ਠਾ ਵੀ ਕੋਈ, ਤੇ ਫਿਰ ਬਾਰ-ਬਾਰ ਆਪਾਂ ਕਿਉਂ ਗਲਤੀ ਕਰ ਰਹੇ ਹਾਂ? ਕਿਉਂ ਪ੍ਰਭੂ ਯਿਸੂ ਮਸੀਹ ਨੂੰ ਸਲੀਬ ਦੇ ਰਹੇ ਬਾਰ-ਬਾਰ? ਕਿਉਂਕਿ ਆਪਣੀ ਨਿਸ਼ਠਾ ਕਮਜ਼ੋਰ ਹੈ, ਕਿਉਂਕਿ ਆਪਣੀ ਨਿਸ਼ਠਾ ਤੇ ਅਮਲ ਨੂੰ ਤਕੜਾ, ਜਿੱਥੇ ਵੀ ਗੱਲ ਆਊਗੀ, ਜਿਸ ਤਰ੍ਹਾਂ ਇਬਰਾਹਿਮ ਦੀ ਨਿਸ਼ਠਾ ਦੀ ਉੱਥੇ ਲਿਖਿਆ ਪ੍ਰਭੂ ਦੇ ਵਚਨ ਹੈ, ਇਬਰਾਹਿਮ ਦੀ ਨਿਸ਼ਠਾ ਦੀ ਸਾਂਭ ਕਰ, ਤੇ ਦੂਜੇ ਪਾਸੇ ਜੋ ਨਵੇਂ ਨਿਯਮ ਚੱਲ ਰਹੇ ਯਿਸੂ ਮਸੀਹ ਦੀ ਨਿਸ਼ਠਾ ਦੀ ਸਾਂਭ ਕਰਨ ਦੀ ਲੋੜ ਹੈ। ਉਹ ਕਿਹੜੀ ਨਿਸ਼ਠਾ ਸੀ? ਉਹ ਦੁਨਿਆਵੀ ਨਿਸ਼ਠਾ ਸੀ। ਯਿਸੂ ਮਸੀਹ ਦੀ ਕਿਹੜੀ ਸੀ? ਉਹ ਆਤਮਿਕ ਨਿਸ਼ਠਾ ਹੈ। ਇਸ ਕਰਕੇ ਤੁਹਾਨੂੰ ਯਿਸੂ ਮਸੀਹ ਦੀ ਪੈੜ ਉੱਤੇ ਚੱਲ ਚੱਲਣ ਦੀ ਲੋੜ ਹੈ, ਪ੍ਰਭੂ ਦੇ ਹੁਕਮਾਂ ਦੇ ਚੱਲਣ ਦੀ ਲੋੜ ਹੈ। ਭੈਣ ਭਾਈ ਵਚਨ ਨੂੰ ਰੱਦ ਕੇ, ਜੇ ਭੈਣ ਭਾਈ ਹਾਲੇ ਵੀ ਜੇ ਕਹਿੰਦੇ ਪਰ ਜੇ ਕੋਈ ਝੂਠ ਨਾ ਬੋਲੋ, ਪਾਸਟਰ को ਜਾ ਕੇ ਝੂਠ ਨਾ ਬੋਲੋ, क्योंकि पास्टर को झूठ बोलोगे तो प्रभु को तुम कितना झूठ बोलोगे। जे भैन भाई ने बपतिस्मा लिया भी लिया वा, पास्टर ने जाके सही तरीके गल दस भाई मैं बपतिस्मा लिया, इस करके मैं अपने पापा का करार करना चाहता हाँ या करनी चाहती हूँ। इस करके प्रभु के वचन से दिया करो, प्रभु के वचन को रद्द करके तुम कभी भी कामयाब नहीं हो सकते, क्योंकि प्रभु का वचन ही अपने मुँह से आप बोलते हैं। आपके बच्चों पंजाब की गलबात है, देखो शीशा की कहता, शीशा की दसदा हैं, शीशा की जो आप शीशे सामने खलोते हैं, शीशा की दसदा साढ़े च कमजोरियां दसदा भी तुहाडे च कमजोरियां, इस तरह प्रभु का वचन दसदा भी तुहाडे च कमजोरियां जे, इहदी पैर ते तुहानूं चलण दी लोड़ है। कर दांगे पहला तमोथियुस 2:4। ਜੋ ਚਾਹੁੰਦਾ ਹੈ ਕਿ ਸਾਰੇ ਮਨੁੱਖ ਬਚਾਏ ਜਾਣ ਅਤੇ ਉਹ ਸੱਚ ਦੇ ਗਿਆਨ ਦੀ ਪਹੁੰਚ ਜਾਣ। ਕਿਉਂ ਜੋ ਪਰਮੇਸ਼ਰ ਇੱਕੋ ਹੈ ਅਤੇ ਪਰਮੇਸ਼ਰ ਅਤੇ ਮਨੁੱਖਾਂ ਵਿੱਚ ਇੱਕੋ ਵਿਚੋਲਾ ਹੈ, ਜਿਹੜਾ ਆਪ ਮਨੁੱਖ ਹੈ, ਅਰਥਾਤ ਪ੍ਰਭੂ ਯਿਸੂ ਮਸੀਹ। ਹਾਲੇਲੂਇਆ, 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 ਹਾਲੇਲੂਇਆ। ਦੇਖੋ ਸੰਤ ਪੌਲੁਸ ਕੀ ਕਹਿ ਰਹੇ, ਜੋ ਮੈਂ ਚਾਹੁੰਦਾ ਹਾਂ ਕਿ ਸਾਰੇ ਮਨੁੱਖ ਬਚਾਏ ਜਾਣ ਅਤੇ ਸੱਚ ਦੇ ਗਿਆਨ ਤੱਕ ਪਹੁੰਚਣ। ਕਿਹੜੇ ਗਿਆਨ ਤੱਕ ਪਹੁੰਚਣ? ਪ੍ਰਭੂ ਦੇ ਵਚਨ ਤੱਕ ਸਾਰੇ ਪਹੁੰਚੇ। ਮੇਰੀ ਖਾਸ ਭੈਣ ਭਾਈ ਇਹ ਪ੍ਰਾਰਥਨਾ ਦੀ ਆ, ਪ੍ਰਭੂ ਦੇ ਵਚਨ ਦੇ ਵਿੱਚ ਇਹ ਪ੍ਰਾਰਥਨਾ, ਪ੍ਰਭੂ ਜੀ ਮੈਨੂੰ ਉਸ ਜਗ੍ਹਾ ਤੇ ਭੇਜ ਜਿਸ ਜਗ੍ਹਾ ਤੇ ਤੇਰਾ ਵਚਨ ਨਹੀਂ ਪਹੁੰਚਿਆ, ਉਸ ਜਗ੍ਹਾ ਤੇ ਮੈਂ ਤੇਰਾ ਵਚਨ ਪਹੁੰਚਾ ਕੇ ਲੋਕ ਹੋਰ ਬਚਾ ਸਕਾਂ। ਪ੍ਰਭੂ ਜੀ ਮੈਂ ਖਾਸ ਪ੍ਰਾਰਥਨਾ ਵਿੱਚ ਇਹ ਐਤ ਪਾਈ ਆ, ਪ੍ਰਭੂ ਜੀ ਮੇਰਾ ਇਸਤੇਮਾਲ ਕਰੋ ਕਿਉਂਕਿ ਮੈਂ ਹੋਰ ਲੋਕ ਬਚਾ ਸਕਾਂ। ਤੁਹਾਨੂੰ ਕੀ ਆ? ਪ੍ਰਭੂ ਦਾ ਵਚਨ ਦੇ ਕੇ, ਪ੍ਰਭੂ ਦੇ ਨਾਮ ਦੀਆਂ ਗਵਾਹੀਆਂ ਦੇ ਕੇ ਘਰ ਘਰ ਬਚਾਉਣ ਦੀ ਲੋੜ ਹੈ, ਕਿਉਂਕਿ ਪ੍ਰਭੂ ਦਾ ਵਚਨ ਤੇ ਤੁਸੀਂ ਬੰਦੇ ਗਏ ਹੋ। ਪ੍ਰਭੂ ਨੇ ਆਪਣੇ ਪ੍ਰਭੂ ਦੇ ਨਾਮ ਸਾਨੂੰ ਮੁੱਲ ਖਰੀਦ ਲਿਆ। ਅਗਲੇ ਅੱਜ ਲਿਖਿਆ, ਕਿਉਂਕਿ ਜੋ ਪਰਮੇਸ਼ਰ ਇੱਕ ਹੈ ਤਾਂ ਪਰਮੇਸ਼ਰ ਅਤੇ ਮਨੁੱਖਾਂ ਵਿੱਚ ਇੱਕੋ ਵਿਚੋਲਾ ਹੈ, ਜਿਹੜਾ ਆਪ ਮਨੁੱਖ ਅਤੇ ਅਰਥਾਤ ਮਸੀਹ ਯਿਸੂ। ਕੌਣ ਵਿਚੋਲਾ ਸਾਡੇ ਵਿੱਚ? ਯਿਸੂ ਮਸੀਹ। ਤੇ ਮੈਂ ਕਿਹਦੇ ਵਿੱਚ? ਮੈਂ ਤੁਹਾਡੇ ਵਿੱਚ ਵਿਚੋਲਾ, ਤੇ ਸਾਡੇ ਵਿੱਚ ਕੌਣ ਵਿਚੋਲਾ? ਯਿਸੂ ਮਸੀਹ। ਉਹ ਆਤਮਾ ਮੇਰੇ ਪਤੇ ਆਤਮਾ ਹੋ ਕੇ ਭਰ ਕੇ ਸਾਡੀਆਂ ਸਿਫਾਰਿਸ਼ਾਂ ਯਹੋਵਾ ਪਿਤਾ ਪਰਮੇਸ਼ਰ ਅੱਗੇ ਕਰਦਾ। ਜੇ ਤੁਸੀਂ ਮੈਨੂੰ ਕੋਈ ਦੱਸੋਗੇ ਮੈਂ ਕਿਹੜੀ ਸਿਫਾਰਿਸ਼ ਕਰਨੀ ਆ, ਮੈਂ ਯਿਸੂ ਮਸੀਹ ਦੇ ਅੱਗੇ ਕਰਨੀ ਆ। ਯਿਸੂ ਮਸੀਹ ਨੇ ਸਿਫਾਰਿਸ਼ ਕਿਹਦੇ ਅੱਗੇ ਕਰਨੀ ਆ? ਯਹੋਵਾ ਪਿਤਾ ਪਰਮੇਸ਼ਰ ਦੇ। ਭੈਣ ਭਾਈ ਇੱਕ ਦੂਜੇ ਨਾਲ ਪਿਆ ਕਿ ਮੈਂ ਤੁਹਾਨੂੰ ਚੀਜ਼ ਆਤਮਾ ਦੇ ਮਨਾਬ ਦੇ ਮਨ ਵਿੱਚ ਤੁਹਾਨੂੰ ਰਹਿਣ ਦੀ ਲੋੜ ਹੈ। ਜੇ ਪ੍ਰਭੂ ਇੱਕੋ ਆ, ਨਿਸ਼ਚਾ ਇੱਕੋ ਆ, ਤੇ ਸਾਰਾ ਕੁਝ ਇੱਕੋ ਆ, ਦੇਹੀ ਇੱਕ ਆ, ਸਾਰਾ ਕੁਝ ਇੱਕ ਆ, ਇੱਕੋ ਸਭਨਾਂ ਦੇ ਵਿੱਚ, ਇੱਕੋ ਸਭਨਾਂ ਦੇ ਅੰਦਰ ਹੈ। ਜੇ ਸਭਨਾਂ ਦੇ ਅੰਦਰ ਇੱਕੋ ਹੀ ਪਰਮੇਸ਼ਰ ਹੈ ਤਾਂ ਆਪਾਂ ਇਹ ਇੱਕ ਦੂਜੇ ਨਾਲ ਕਿਉਂ ਕਰਦੇ ਪਏ? ਕਿਉਂਕਿ ਇੱਕ ਦੂਜੇ ਨਾਲ ਪਿਆਰ ਕਰਨ ਦੀ ਲੋੜ। ਇਸ ਕਰਕੇ ਪ੍ਰਭੂ ਦੇ ਵਚਨ ਚ ਪ੍ਰੇਮ, ਪ੍ਰਭੂ ਦੇ ਵਚਨ ਹਰ ਜਗ੍ਹਾ ਤੇ ਤੁਹਾਨੂੰ ਪ੍ਰੇਮ ਔਰ ਮਿਲਾਪ ਦਾ, ਜਦੋਂ ਵੇਖੋ ਮਿਲਾਪ ਦਾ ਤੰਬੂ ਬਣਾਇਆ ਮੂਸਾ ਨੇ, ਪ੍ਰਭੂ ਦੇ ਦਾਸ ਮੂਸਾ ਨੇ ਮਿਲਾਪ ਦਾ ਤੰਬੂ ਬਣਾਇਆ। ਇੱਕ ਦੂਜੇ ਨਾਲ ਮਿਲਾਪ ਹੋਣ ਦੀ ਲੋੜ। ਹਜ਼ਾਈ ਦੀ ਕਿਤਾਬ ਦੇ ਵਿੱਚ ਤਿੰਨ ਤਰ੍ਹਾਂ ਦੀਆਂ ਆਪਸ਼ਨਾਂ ਆ ਜਾਂਦੀਆਂ। ਮੈਂ ਤੁਹਾਨੂੰ ਪੜ੍ਹਾਉਂਦੇ ਉੱਥੇ ਪ੍ਰਭੂ ਦੇ 3 ਤਰੀਕੇ ਸਿਖਾਏ ਨੇ, ਉਹ ਮੈਂ ਜਦੋਂ ਟਾਈਮ ਮੇਰਾ ਵਚਨ ਤੁਹਾਨੂੰ ਦਊਂਗਾ। ਪਰ ਇਹ ਆ ਵੀ ਪ੍ਰਭੂ ਦੇ ਵਚਨ ਦੇ ਵਿੱਚ ਬਣ ਕੇ ਰਹੋਗੇ, ਕਿਉਂਕਿ ਉਹਦੇ ਨਾਮ ਦੇ ਕੈਦੀ ਬਣ ਕੇ ਰਹੋਗੇ ਪ੍ਰਭੂ ਦੇ ਵਚਨ ਵਿੱਚ, ਸਾਨੂੰ ਪ੍ਰਭੂ ਕਿਸੇ ਵੀ ਗੱਲ ਦੀ ਘਾਟੀ ਨਹੀਂ ਹੋਣੀ। ਸਭ ਭੇਜਦੇ ਆ ਕਿ ਵਚਨ ਹਰ ਜਾ ਕੇ ਰੋਜ਼ ਘਰ ਆਪਣੇ ਖੋਲਿਆ ਕਰੋ ਕਿ ਤੁਹਾਨੂੰ ਤੁਸੀਂ ਪ੍ਰਕਾਸ਼ ਦਿਓ, ਸੱਚ ਦੇ ਗਿਆਨ ਤੱਕ ਪਹੁੰਚ ਸਕੋ, ਤਾਂ ਕਿ ਤੁਸੀਂ ਪ੍ਰਭੂ ਦਾ ਵਚਨ ਸੁਣ ਕੇ ਬਚਾਏ ਜਾਓ। ਆਮੀਨ। ਸਭ ਭੈਣ ਭਾਈ ਸਿਰਾਂ ਝੁਕਾਵਾਂਗੇ।
ਅੱਖਾਂ ਨੂੰ ਬੰਦ ਕਰਾਂਗੇ, ਆਪਣਾ ਸੱਜਾ ਸਿਰ ਰੱਖ ਲਓ ਜਿੰਨਾ ਪਾਈ ਕੋਈ ਲਾਸਟ ਪ੍ਰਾਰਥਨਾ ਕਰਨੀ। हालेलुया 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 हालेलुया। पवित्र है पवित्र है पवित्र है सर्वशक्तिमान परमेश्वर, मेहमान खुदा अविनाशी परमेश्वर, आदम से हवा ने प्यार करना परमेश्वर, पवन प्रभु राजा को राजा जुगो जुगन तक एक ही परमेश्वर। मैं धन्यवाद करता मेरे होली स्पिरिट पिता, मैं धन्यवाद करना थैंक्स करता मेरे पिता परमेश्वर जो अज की आबाद तुझे अपने हाथों च लग गया शुरुगुजारी में चकीत पर बोलने की मदद की। जो भी अज तक कलाम बोलेगा, अज तक कलाम बेहतरी तरक्की दी होती है कि कदे मन हो दिल खोल दे जावा। जिन्हें भी पानी पाई इस जगह तक प्रभु जी तुहानू मैं तेरे हाथों देना, तुहाडी महान कृपा तुहाडा अनुग्रह इन्हां उत्ते बनया रही जावे। तुसीं जिंदा तुहाडा कलाम जिंदा तुसीं पवित्र तुहानू मनण वाले पवित्र होने चाहिए। तुहाडी महान कृपा तुहाडा अनुग्रह इन्हां पूरे परिवारां उत्ते बनया रही जावे। ये बच्चे तुहाडे नाल वफादार ने चलन, ये भैणां तुहाडे नाल वफादार ने चलन, ये भाई तुहाडे नाल वफादार ने चलन, क्योंकि जो अज दा वचन सुन के 7 दे 11 तक पहुंचन ताकि लोग बचाए जान। तुहाडी महान कृपा बनी रहे, दया करो कृपा करो, यीशु के नाम च मंगदा आमीन आमीन आमीन। सब प्रभु ये साढ़े बाप जो आसमान पे तेरा पाक मन्या जाए, तेरा राज है जितना तेरी मर्जी आसमान पे पूरी जमीन ते सानू रोज दी रोटी आसान दे, साडी कसूर सानू माफ कर जितना अपने कसूर समझ माइश ना पा, सब बुराई तो बचा, क्योंकि कुदरत बादशाह जलाल हमेशा हमेशा तेरा आमीन आमीन आमीन। पर यीशु मसीह की कृपा और प्रेम जुगो जुग इस गली महल्ले नगर ते पूरी कलीसिया ते संदीप काल तक ही बने रहे। यीशु के नाम मंगदा आमीन आमीन आमीन। सारे पैन प्रेम जय।